ਪੱਤਰਕਾਰਤਾ ਦੇ ਵਿੱਚ ਇੱਕ ਆ ਗੱਲ ਆਮ ਆਖੀ ਜਾਂਦੀ ਆ, ਜੇ ਕੁੱਤਾ ਬੰਦੇ ਨੂੰ ਵੱਢ ਜੇ ਤਾਂ ਉਹ ਖਬਰ ਨਹੀਂ ਹੈ, ਜੇ ਬੰਦਾ ਕੁੱਤੇ ਨੂੰ ਵੱਢ ਦਿੰਦਾ ਤਾਂ ਉਹ ਖਬਰ ਬਣ ਜਾਂਦੀ। ਸਰਤਾਜ ਸਾਹਿਬ ਉਹਨਾਂ ਨੂੰ ਬੈਠ ਕੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਤੁਸੀਂ ਦੱਸੋ ਜੀ ਤੁਹਾਡੀ ਸ਼ੁਰੂਆਤ ਕਿਵੇਂ ਹੋਈ ਸੀ। ਅਸੀਂ ਤਾਂ ਮੈਂ ਇੱਥੇ ਚੰਡੀਗੜ੍ਹ ਕਿਸੇ ਕੋਲੇ ਐਜ਼ ਅ ਟ੍ਰੇਨਿੰਗ ਆਈ ਸੀਗੀ ਕਿਸੇ ਇੱਕ ਚੈਨਲ ਦੇ ਵਿੱਚ, ਤਾਂ ਉਹਨਾਂ ਨੇ ਮੈਨੂੰ ਕਹਿਤਾ ਸੀਗਾ ਵੀ ਤੁਸੀਂ ਪਿੰਡ ਵਾਪਸ ਚਲ ਜਾਓ, ਤੁਹਾਨੂੰ ਤਾਂ ਪੰਜਾਬੀ ਬੋਲਣੀ ਵੀ ਨਹੀਂ ਆਉਂਦੀ। ਮੇਰੀਆਂ ਬਹੁਤ ਸਾਰੀਆਂ ਰੇਡੀਓਜ਼ ਦੀਆਂ ਜਿਹੜੀਆਂ ਇੰਟਰਵਿਊਜ਼ ਕਈ ਵਾਰ ਮੈਂ ਹੁਣ ਆਰਕਾਈਵ ਚੋਂ ਕੱਢ ਕੇ ਸੁਣਦੀ ਹਾਂ ਤਾਂ ਮੈਨੂੰ ਲੱਗਦਾ ਹੁੰਦਾ ਵੀ ਆਹ ਕਿਹੋ ਜਿਹੇ ਸਵਾਲ ਪੁੱਛਿਆ ਹੈ ਨਾ ਮੈਂ, ਜਾਂ ਬਹੁਤ ਸਾਰੀਆਂ ਹੁਣ ਦੀਆਂ ਵੀ ਟੀਵੀ ਦੀਆਂ ਵੀ ਆਪਣੇ ਚੈਨਲਸ ਦੀਆਂ ਵੀ ਇੰਟਰਵਿਊ ਕੱਢ ਕੇ ਜਦੋਂ ਮੈਂ ਆਪਣੀਆਂ ਪੁਰਾਣੀਆਂ ਸੁਣਦੀ ਹਾਂ ਉਦੋਂ ਬਹੁਤ ਵਧੀਆ ਲੱਗਦੀਆਂ ਸੀ। ਹੁਣ ਲੱਗਦਾ ਵੀ ਆਹ ਤਾਂ ਬਹੁਤ ਬਚਕਾਨਾ ਸਵਾਲ ਸੀਗਾ ਹੈ ਨਾ। ਮੈਨੂੰ ਲੱਗਦਾ ਵੀ ਹਲੇ ਇੱਕ ਤਾਂ ਆਪਾਂ ਹੈ ਨਹੀਂ, ਆਪਣੇ ਪਚਣ ਵਾਲੀਆਂ ਹੈ ਨਹੀਂ ਉਹ ਚੀਜ਼ਾਂ। ਕਈ ਵਾਰ ਨਾ ਅਸੀਂ ਬੈਠੇ ਹੱਸਦੇ ਹੁੰਦੇ, ਮੈਂ ਕਿਹਾ ਉਦਾਂ ਤਾਂ ਆਪਾਂ ਨੂੰ ਕਦੇ ਗਾਲ ਆਈ ਨਹੀਂ ਕੋਈ, ਪਰ ਜੇ ਕੋਈ ਥੰਬਨੇਲ ਇਦਾਂ ਦਾ ਦੇਤਾ ਤੇ ਵਿੱਚ ਉਹ ਜਿਹੀ ਚੀਜ਼ ਨਾ ਹੋਈ ਗਾਲਾਂ ਬਹੁਤ ਪੈਣਗੀਆਂ। ਮੈਂ ਥੋੜੇ ਦਿਨ ਪਹਿਲਾਂ ਫੇਸਬੁੱਕ ਤੇ ਲਿਖਿਆ ਸੀਗਾ, ਮੈਂ ਕਿਹਾ ਵੀ ਗਾਇਕ ਅਦਾਕਾਰੀ ਕਰ ਰਹੇ ਨੇ ਤੇ ਅਦਾਕਾਰ ਐਂਕਰਿੰਗ ਕਰ ਰਹੇ ਨੇ ਤੇ ਐਂਕਰ ਹੋਰ ਕੀ ਕਰਨਾ। ਬਾਕੀ ਘਰੇ ਸਾਡੇ ਇੱਕ ਐਕਟਰ ਹੈਗਾ, ਐਕਟਿੰਗ ਉਹ ਕਰ ਲੈਣਗੇ। Press the bell icon and never miss a video from Daily Awaaz. ਸਤਿ ਸ੍ਰੀ ਅਕਾਲ ਜੀ, ਤੁਹਾਡਾ ਸਾਰਿਆਂ ਦਾ ਮੈਂ ਬਿੱਟੂ ਚੱਕ ਵਾਲਾ ਸਵਾਗਤ ਕਰਦਾ। ਤੇ ਗੱਲ ਤੁਹਾਡੀ ਪ੍ਰੋਗਰਾਮ ਦੇ ਵਿੱਚ ਅੱਜ ਮੇਰੇ ਨਾਲ ਪੰਜਾਬੀ ਕਲਾਕਾਰਾਂ, ਸਾਹਿਤਕਾਰਾਂ, ਪੰਜਾਬ ਦੇ ਫਨਕਾਰਾਂ ਦੀ ਗੱਲਬਾਤ ਲੈ ਕੇ ਤੁਹਾਡੇ ਸਾਹਮਣੇ ਹਮੇਸ਼ਾ ਹੀ ਹਾਜ਼ਰ ਹੁੰਦੇ ਆ ਰਹੇ ਆ ਲੰਬੇ ਸਮੇਂ ਤੋਂ। ਮੈਡਮ ਗੁਰਦੀਪ ਗਰੇਵਾਲ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਰਹਿਣਗੇ। ਅੱਜ ਦੀ ਗੱਲਬਾਤ ਮੇਰੇ ਲਈ, ਇਹ ਸਾਡੇ ਇਸ ਅਦਾਰੇ ਲਈ, ਇਸ ਚੈਨਲ ਲਈ ਖਾਸ ਹੈ ਕਿਉਂਕਿ ਮੈਡਮ ਉਹਨਾਂ ਨੇ ਬਹੁਤ ਸਾਰੇ ਚਿਹਰਿਆਂ ਨੂੰ ਅੱਗੇ ਲੈ ਕੇ ਆਂਦਾ ਅਤੇ ਬਹੁਤ ਜ਼ਿਆਦਾ ਚਿਹਰਿਆਂ ਨੂੰ, ਭਾਵੇਂ ਉਹ ਅੱਜ ਦੇ ਸਟਾਰ ਨੇ ਜਾਂ ਸਟਰਗਲ ਦੇ ਵਿੱਚ ਨੇ, ਉਹਨਾਂ ਨੂੰ ਪੇਸ਼ ਵੀ ਅਜਿਹੇ ਢੰਗ ਨਾਲ ਕੀਤਾ ਕਿ ਉਹਨਾਂ ਦਾ ਬਚਪਨ ਤੋਂ ਲੈ ਕੇ ਅੱਜ ਤੱਕ ਦਾ ਜਿੰਨੀਆਂ ਵੀ ਗੱਲਾਂ ਬਾਤਾਂ ਜ਼ਿੰਦਗੀ ਦੀਆਂ ਜੋ ਕਢਾਉਣ ਦੇ ਵਿੱਚ ਉਹਨਾਂ ਨੂੰ ਮੁਹਾਰਤ ਹਾਸਲ ਹੈ। ਆਪਾਂ ਉਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਕਿ ਇੱਥੇ ਤੱਕ ਪਹੁੰਚੇ ਕਿਵੇਂ ਨੇ, ਕਿਉਂਕਿ ਖੁਦ ਤਾਂ ਬਹੁਤ ਇੰਟਰਵਿਊਆਂ ਕਰਦੇ ਨੇ। ਅੱਜ ਆਪਾਂ ਕੋਸ਼ਿਸ਼ ਕਰਾਂਗੇ ਕਿ ਇੱਕ ਐਂਕਰ ਨੂੰ, ਮੈਡਮ ਗੁਰਦੀਪ ਗਰੇਵਾਲ ਜੀ ਨੂੰ ਤੁਹਾਡੇ ਸਾਹਮਣੇ ਪੇਸ਼ ਕਰ ਸਕੀਏ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਬਿੱਟੂ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਹਾਡੀ ਸਾਰੀ ਟੀਮ ਦਾ ਤੇ ਡੇਲੀ ਆਵਾਜ਼ ਦਾ। ਵੈਸੇ ਤਾਂ ਕਹਿੰਦੇ ਹੁੰਦੇ ਗੁਰੂ ਚੇਲੇ ਦੀ ਪਰੰਪਰਾ ਜਿਹੜੀ ਉਹ ਅੱਜ ਮੈਂ ਕੋਸ਼ਿਸ਼ ਕਰ ਰਿਹਾ ਬਰਕਰਾਰ ਰੱਖਾਂ। ਅਤੇ ਮੈਂ ਦੋਸਤੋ ਤੁਹਾਨੂੰ ਦੱਸ ਦਿਆਂ, ਮੈਂ ਮੈਡਮ ਜੀ ਤੋਂ MA ਜਰਨਲਿਜ਼ਮ ਕੀਤੀ ਹੈ, ਇਹਨਾਂ ਤੋਂ ਹੀ ਪੜ੍ਹਿਆ ਅਤੇ ਅੱਜ ਇੰਟਰਵਿਊ ਕਰਨ ਦਾ ਸਬੱਬ ਮਿਲ ਰਿਹਾ। ਮੈਡਮ ਮੇਰੇ ਮਨ ਆਪਾਂ ਕੁਲੀਗ ਵੀ ਰਹੇ ਆ, ਆਪਾਂ 2.25 ਸਾਲ ਇਕੱਠੇ ਕੰਮ ਕੀਤਾ। ਮੈਂ ਅੱਜ ਸੋਚ ਰਹੀ ਸੀ, ਮੈਂ ਕਿਹਾ ਅਸੀਂ 2.25 ਸਾਲ ਇਕੱਠੇ ਕੰਮ ਕੀਤਾ ਤੇ ਅਸੀਂ 2.25 ਸਾਲ ਕਦੀ ਸਕਰੀਨ ਨਹੀਂ ਸ਼ੇਅਰ ਕੀਤੀ ਜੀ। ਬਿਲਕੁਲ ਬਿਲਕੁਲ ਆਹ ਦਿਨ ਹੋਣਾ ਸੀ। ਸਹੀ ਗੱਲ ਹੈ ਜੀ। ਮੇਰੀ ਬੜੇ ਚਿਰ ਤੋਂ ਤਮੰਨਾ ਸੀ ਕਿ ਤੁਸੀਂ ਲੋਕਾਂ ਦੇ ਦਿਲ ਫਰੋਲਦੇ ਹੋ, ਉਹਨਾਂ ਨੂੰ ਪੁੱਛਦੇ ਹੋ ਕਿਵੇਂ ਉਹਨਾਂ ਨੇ ਸੰਘਰਸ਼ ਚੋਂ ਲੰਘੇ, ਕਿਉਂਕਿ ਜਦੋਂ ਕਿਸੇ ਆਰਟਿਸਟ ਨੂੰ ਮਿਲਦੇ ਆ ਹਰ ਇੱਕ ਹੀ ਕਹਿੰਦਾ ਯਾਰ ਮੈਂ ਬਹੁਤ ਸੰਘਰਸ਼ ਚੋਂ ਲੰਘਿਆ, ਮੈਂ ਇੱਦਾਂ ਲੰਘਿਆ। ਤੁਸੀਂ ਵੀ ਲੰਘੇ ਹੋ? ਮੈਨੂੰ ਤਾਂ ਸਾਰੇ ਲੰਘਦੇ ਨੇਗੇ। ਮੇਰੇ ਨਾਲ ਵੱਡਾ ਸੰਘਰਸ਼ ਤੁਹਾਡਾ ਹੈ ਨਾ, ਕਿਉਂਕਿ ਮੈਂ ਜਾਣਦੀ ਹਾਂ ਤੁਹਾਨੂੰ, ਤੁਹਾਡੀ ਕਹਾਣੀ ਜਾਣਦੀ ਹੈ। ਮੈਨੂੰ ਤਾਂ ਸਫ਼ਰ ਹੁੰਦਾ ਹਰ ਇੱਕ ਦਾ ਹੀ ਹੈ ਨਾ। ਜਿਵੇਂ ਕਿਸੇ ਦੇ ਸਫ਼ਰ 'ਚ ਰੁਕਾਵਟਾਂ ਜਾਂ ਮੁਸੀਬਤਾਂ ਘੱਟ ਹੁੰਦੀਆਂ ਨੇ, ਕਿਸੇ ਨੂੰ ਥੋੜ੍ਹੀਆਂ ਜਿਹੀਆਂ ਆਪਦੇ ਆਪ ਨੂੰ ਜ਼ਿਆਦਾ ਪ੍ਰੂਵ ਕਰਨਾ ਪੈਂਦਾ ਹੈ ਨਾ। ਜੀ ਮੈਨੂੰ ਤਾਂ ਉਵੇਂ ਹੀ ਹੁੰਦਾ ਆ। ਤੇ ਸੰਘਰਸ਼ ਸੀ ਜੇ ਮੰਨੀਏ, ਜੇ ਮੈਂ ਕਹਾਂ ਵੀ ਹਾਂ ਬਹੁਤ ਸੀਗਾ ਤਾਂ ਸੀਗਾ ਵੀ ਹੈ ਨਾ। ਜੇ ਆਪਾਂ ਮੰਨੀਏ ਵੀ ਨਹੀਂ, ਇੱਥੇ ਤੱਕ ਪਹੁੰਚਣ ਦੇ ਲਈ ਉਸ ਰਸਤੇ 'ਚੋਂ ਆਉਣਾ ਹੀ ਪੈਣਾ ਸੀਗਾ ਹੈ ਨਾ, ਤਾਂ ਫਿਰ ਆਪਾਂ ਕਹਿ ਸਕਦੇ ਹਾਂ ਵੀ ਉਹ ਮੇਰੀ ਜਰਨੀ ਸੀਗੀ। ਤੇ ਪਰ ਹਮੇਸ਼ਾ ਇੱਕ ਚੀਜ਼ ਮੈਂ ਕਹੂੰਗੀ ਕਿ ਜੋ ਨਿਸ਼ਾਨਾ ਤੁਸੀਂ ਜ਼ਿੰਦਗੀ 'ਚ ਜਾਂ ਤੁਸੀਂ ਜੋ ਸੁਪਨਾ ਲੈ ਕੇ ਚੱਲਦੇ ਹੋ, ਉਹਦੇ ਤੇ ਜ਼ਰੂਰ ਯਕੀਨ ਰੱਖੋ ਕਿ ਇਹ ਸੁਪਨਾ ਇੱਕ ਦਿਨ ਸੱਚ ਹੋਊਗਾ। ਜਾਂ ਤੁਸੀਂ ਮਨ 'ਚ ਜੋ ਚੀਜ਼ਾਂ ਧਾਰ ਲੈਂਦੇ ਹੋ ਵੀ ਤੁਸੀਂ ਆਹ ਜ਼ਿੰਦਗੀ ਤੋਂ ਚਾਹੁੰਦੇ ਹੋ ਨਾ, ਤੁਹਾਨੂੰ ਜ਼ਿੰਦਗੀ ਦਿੰਦੀ ਜ਼ਰੂਰ ਆ, ਪਰ ਇੰਨੀ ਛੇਤੀ ਨਹੀਂ। ਉਹਦੇ ਲਈ ਤੁਹਾਨੂੰ ਕੀਮਤ ਵੀ ਅਦਾ ਕਰਨੀ ਪੈਂਦੀ ਹੈ ਨਾ। ਉਹ ਤੁਹਾਡਾ ਸਬਰ ਵੀ ਪਰਖਦੀ ਆ, ਉਹ ਤੁਹਾਡਾ ਈਮਾਨ ਵੀ ਪਰਖਦੀ ਆ ਹੈ ਨਾ, ਉਹ ਤੁਹਾਡੀ ਸੰਤੁਸ਼ਟੀ ਵੀ ਪਰਖਦੀ ਆ, ਹੈ ਨਾ। ਤੇ ਇਹ ਜਿਹੜੀਆਂ ਤਿੰਨੇ ਚੀਜ਼ਾਂ ਨੇਗੀਆਂ, ਤੁਸੀਂ ਹਰ ਇੱਕ ਜਿਵੇਂ ਕਹਿ ਲਓ ਵੀ ਇੱਕ ਐਗਜ਼ਾਮ ਚੋਂ ਨਿਕਲ ਕੇ ਆਉਂਦੇ ਹੋ, ਹੈ ਨਾ। ਤਾਂ ਮੇਰੀ ਜਰਨੀ ਵੀ ਇੱਦਾਂ ਦੀ ਸੀਗੀ। ਮੈਡਮ ਤੁਸੀਂ MA ਜਰਨਲਿਜ਼ਮ ਪੱਤਰਕਾਰਤਾ ਦੀ ਜਿਹੜੀ ਮਾਤਾ ਗੁਜਰੀ ਕਾਲਜ ਦੇ ਵਿੱਚ ਕੀਤੀ, ਉੱਥੇ ਅਧਿਆਪਨ ਦਾ ਕਿੱਤਾ ਕੀਤਾ। ਅਧਿਆਪਨ ਤੋਂ ਬਾਅਦ ਇੱਕਦਮ ਕਿਵੇਂ ਮੋੜਾ ਪਿਆ ਵੀ ਐਜ਼ ਏ ਐਂਕਰ ਤੁਸੀਂ ਇਸ ਖੇਤਰ ਦੇ ਵਿੱਚ ਨਿਤਰੇ ਹੋ? ਮੈਨੂੰ ਇੱਕ ਚੀਜ਼ ਦਾ ਹਮੇਸ਼ਾ ਅਫਸੋਸ ਰਹੂਗਾ,
ਇੱਕ ਤਾਂ ਚਲੋ ਉਸ ਡਿਪਾਰਟਮੈਂਟ ਦਾ ਮੈਡਮ ਰੀਨਾ ਢਿੱਲੋਂ ਹੋਰਾਂ ਦਾ, ਡਾਕਟਰ ਜਤਿੰਦਰ ਸਿੱਧੂ ਪ੍ਰਿੰਸੀਪਲ ਸੀ ਉਸ ਟਾਈਮ ਕਾਲਜ ਦੇ, ਉਹਨਾਂ ਦਾ ਸ਼ੁਕਰੀਆ ਵੀ ਉਹਨਾਂ ਨੇ ਮੈਨੂੰ ਇੱਕ ਮੌਕਾ ਦਿੱਤਾ ਸੀਗਾ। ਉਹਨਾਂ ਨੇ ਇਨਵਾਈਟ ਕੀਤਾ ਕਿ ਤੁਸੀਂ ਆਪਦੇ ਹੀ ਡਿਪਾਰਟਮੈਂਟ ਆ ਕੇ ਪੜਾਉਣਾ ਚਾਹੋਗੇ ਨਾ। ਇਹ ਮੇਰੇ ਲਈ ਸਭ ਤੋਂ ਵੱਡੀ ਗੱਲ ਸੀਗੀ। ਪਰ ਮੈਨੂੰ ਹਮੇਸ਼ਾ ਇਹ ਪਛਤਾਵਾ ਰਹੂਗਾ ਕਿ ਜੇ 1 ਸਾਲ ਵੀ ਮੈਂ ਉੱਥੇ ਪੜਾਇਆ ਤਾਂ ਮੈਂ ਉਹਨਾਂ ਨਹੀਂ ਸਿਖਾ ਸਕੀ ਜਿੰਨਾ ਕਿ ਇੱਕ ਟੀਚਰ ਨੂੰ ਸਿਖਾਉਣਾ ਚਾਹੀਦਾ ਸੀਗਾ। ਇਹੀ ਚੀਜ਼ ਮੈਨੂੰ ਦਿਨ ਰਾਤ ਬੌਦਰ ਕਰਦੀ ਰਹਿੰਦੀ ਸੀ ਵੀ ਅਸੀਂ ਤਾਂ ਹਲੇ ਹੁਣ ਖੁਦ ਸਿੱਖ ਕੇ ਨਿਕਲੇ ਹਨਾ, ਤੇ ਉਹ ਵੀ ਪੂਰਾ ਨਹੀਂ ਸਿੱਖੇ ਹੈਗੇ, ਤੇ ਅਸੀਂ ਬੱਚਿਆਂ ਨੂੰ ਕੀ ਸਿਖਾ ਦਾਂਗੇ ਨਾ। ਤਾਂ ਉਹ ਚੀਜ਼ ਤੁਹਾਨੂੰ ਕਿਤੇ ਨਾ ਕਿਤੇ ਤੰਗ ਕਰਦੀ ਰਹਿੰਦੀ ਆ ਵੀ ਇਨਜਸਟਿਸ ਹੋ ਰਿਹਾ ਹਨਾ, ਬੇਇਨਸਾਫੀ ਆ ਬੱਚਿਆਂ ਦੇ ਨਾਲ। ਤਾਂ ਉੱਥੋਂ ਮੈਨੂੰ ਸੀਗਾ ਕੁਝ, ਮੇਰਾ ਆਪਣਾ ਵੀ ਜ਼ਿਆਦਾ ਸ਼ੌਂਕ ਸੀਗਾ ਵੀ ਮੀਡੀਆ ਦੀ ਲਾਈਨ ਨੂੰ ਦੇਖੀਏ ਜਾਂ ਆਪਸੀ ਲੋਕਾਂ ਨਾਲ, ਮੈਨੂੰ ਬਹੁਤ ਜ਼ਿਆਦਾ ਲੋਕਾਂ ਨਾਲ ਮਿਲਣਾ ਜ਼ਿਆਦਾ ਚੰਗਾ ਲੱਗਦਾ ਹਨਾ, ਕਿਸੇ ਦੀਆਂ ਕਹਾਣੀਆਂ ਸੁਣਨੀਆਂ ਚੰਗੀਆਂ ਲੱਗਦੀਆਂ। ਤਾਂ ਮੈਨੂੰ ਸੀਗਾ ਵੀ ਹਲੇ ਆਪਾਂ ਟੀਚਿੰਗ ਵਾਲੇ ਪ੍ਰੋਫੈਸ਼ਨ ਜੋਗੇ ਹੋਏ ਨਹੀਂ ਹੈਗੇ ਹਨਾ, ਕਾਹਨੂੰ ਐਵੇਂ ਧੱਕਾ ਕਰੀ ਜਾਣਾ। ਤੇ ਫਿਰ ਉਸ ਤੋਂ ਬਾਅਦ ਮੈਂ ਕਈ ਜਗ੍ਹਾ ਟ੍ਰੇਨਿੰਗਸ ਵੀ ਲਿੱਤੀਆਂ ਹਨਾ। ਤੇ ਇੱਕ ਵਾਰੀ ਮੈਨੂੰ ਯਾਦ ਆ ਕਿ ਜਦੋਂ ਮੈਂ ਟੀਚਿੰਗ ਪ੍ਰੋਫੈਸ਼ਨ ਛੱਡਿਆ ਸੀ ਤਾਂ ਮੈਂ ਇੱਥੇ ਚੰਡੀਗੜ੍ਹ ਕਿਸੇ ਕੋਲੇ ਐਜ਼ ਅ ਟ੍ਰੇਨੀ ਆਈ ਸੀਗੀ ਕਿਸੇ ਇੱਕ ਚੈਨਲ ਦੇ ਵਿੱਚ। ਤਾਂ ਉਹਨਾਂ ਨੇ ਮੈਨੂੰ ਕਹਿਤਾ ਸੀਗਾ ਵੀ ਤੁਸੀਂ ਪਿੰਡ ਵਾਪਸ ਚਲ ਜਾਓ, ਤੁਹਾਨੂੰ ਤਾਂ ਪੰਜਾਬੀ ਬੋਲਣੀ ਵੀ ਨਹੀਂ ਆਉਂਦੀ। ਉਸ ਚੀਜ਼ ਨੇ ਮੈਨੂੰ ਬਹੁਤ ਡਿਪਰੈਸ ਕੀਤਾ। ਮੈਂ ਕਿਹਾ ਅਸੀਂ ਪਿੰਡਾਂ ਦੇ ਜੰਮੇ, ਸਾਨੂੰ ਤਾਂ ਆਉਂਦੀ ਹੋਈ ਪੰਜਾਬੀ ਆ ਇਕੱਲੀ ਹਨਾ। ਤੇ ਪਰ ਫਿਰ ਵੀ ਜਿਵੇਂ ਕਹਿੰਦੇ ਹੁੰਦੇ ਨੇ, ਉਹ ਵੀ ਚੀਜ਼ ਮੈਨੂੰ ਇੱਕ ਚੈਲੰਜ ਲੱਗਦੀ ਸੀਗੀ ਹਨਾ। ਤੇ ਅੱਜ ਚਲੋ ਮੈਂ ਨਹੀਂ ਕਹਿੰਦੀ ਆਪਾਂ ਬਹੁਤ ਵਧੀਆ ਪੰਜਾਬੀ ਬੋਲਦੇ ਆ ਹਨਾ ਜਾਂ ਕੁਛ ਵੀ, ਪਰ ਅੱਜ ਘੱਟੋ ਘੱਟ ਆਪਣੀ ਬੋਲੀ, ਆਪਣੀ ਪਛਾਣ ਜ਼ਰੂਰ ਹੈਗੀ ਆ ਹਨਾ, ਜਾਂ ਆਪਣੀ ਬੋਲੀ ਨੇ ਸਾਡੀ ਪਛਾਣ ਜ਼ਰੂਰ ਬਣਾਈ ਆ। ਤੇ ਉਸ ਤੋਂ ਬਾਅਦ ਫਿਰ ਮੇਰਾ ਰੇਡੀਓ ਦਾ ਸਫ਼ਰ ਸ਼ੁਰੂ ਹੁੰਦਾ, ਹਰਮਨ ਰੇਡੀਓ ਆਸਟ੍ਰੇਲੀਆ, ਉੱਥੇ 2.25 ਸਾਲ ਕੰਮ ਕੀਤਾ। ਫਿਰ ਆਪਾਂ ਦੋਨਾਂ ਨੇ ਇਕੱਠਿਆਂ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਕੰਮ ਕੀਤਾ ਹਨਾ। ਤਾਂ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਹੋਊਗਾ, ਤੇ ਉਸ ਆਰਗੇਨਾਈਜੇਸ਼ਨ 'ਚ ਤੁਹਾਡੀ ਬਦੌਲਤ ਮੈਂ ਆਈ ਹਨਾ। ਮੇਰਾ ਟੀਵੀ ਦਾ ਪਹਿਲਾ ਐਕਸਪੀਰੀਅੰਸ ਸੀਗਾ। ਤੇ ਮੈਨੂੰ ਯਾਦ ਆ ਵੀ ਮੈਂ ਕਾਲ ਕੀਤੀ ਵੀ ਬਿੱਟੂ ਤੁਸੀਂ ਜਿਹੜੀ ਆਰਗੇਨਾਈਜੇਸ਼ਨ ਨਾਲ ਕੰਮ ਕਰਦੇ ਹੋ ਉੱਥੇ ਜਗ੍ਹਾ ਹੈਗੀ? ਤੁਸੀਂ ਕਿਹਾ ਹਾਂਜੀ ਜ਼ਰੂਰ ਹੈਗੀ। ਉਹ ਮੇਰੇ ਲਈ ਕੈਮਰੇ ਤੇ ਕੰਮ ਕਰਨ ਦਾ ਸਭ ਤੋਂ ਪਹਿਲਾ ਮੌਕਾ ਸੀਗਾ ਹਨਾ। ਉਹਦੇ ਲਈ ਮੈਂ ਅੱਜ ਵੀ ਤੁਹਾਡੀ ਸ਼ੁਕਰਗੁਜ਼ਾਰ ਹਾਂ, ਜੋ ਉਸ ਅਦਾਰੇ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਵੀ ਉਹਨਾਂ ਨੇ ਲੋਕਾਂ ਸਾਹਮਣੇ ਆਪਣਾ ਹੁਨਰ ਰੱਖਣ ਦਾ ਮੌਕਾ ਦਿੱਤਾ, ਜਿਉਣ ਜੋਗੇ ਬਣਾਇਆ। ਪਹਿਲੀ ਗੱਲ ਤਾਂ ਮੈਂ ਇਹ ਸਮਝੂਗਾ, ਧੰਨਵਾਦੀ ਹਾਂ ਅਸੀਂ। ਤੇ ਹੁਣ ਵੀ ਸੋਸ਼ਲ ਦੇ ਨਾਲ ਕੰਮ ਕਰ ਰਹੇ ਹੋ। ਅੱਛਾ ਮੈਮ, ਇੱਕ ਗੱਲ ਹੁੰਦੀ ਹੈ, ਜਿੱਦਾਂ ਤੁਸੀਂ ਹਰਮਨ ਰੇਡੀਓ 'ਚ ਕੰਮ ਕਰਦੇ ਸੀ, ਉਦੋਂ ਮੈਂ ਤੁਹਾਡੇ ਕੋਲੇ ਉੱਥੇ ਪਟਿਆਲੇ ਵੀ ਆਇਆ ਸੀਗਾ, ਮੈਂ ਇੰਟਰਵਿਊ ਕੀਤਾ ਸੀ। ਤੁਸੀਂ ਇੱਕ ਹਨੇਰੇ ਕਮਰੇ 'ਚ ਬਹਿ ਕੇ ਗੱਲਾਂ ਬਾਤਾਂ ਕਰਨੀਆਂ, ਉਹਨਾਂ ਲੋਕਾਂ ਨਾਲ ਕਰਨੀਆਂ ਜਿਹੜੇ ਦੂਸਰੇ ਦੇਸ਼ਾਂ 'ਚ ਬੈਠੇ ਨੇ ਜਾਂ ਦੂਰ ਬੈਠੇ ਨੇ। ਟੈਲੀਫੋਨ ਕਾਲ ਆਉਂਦੀ ਆ ਉਹਨਾਂ ਦੀ, ਉਹਨਾਂ ਨੂੰ ਪ੍ਰੋਗਰਾਮ ਨਾਲ ਜੋੜਦੇ ਆ, ਤੇ ਖੁਦ ਉਹਨਾਂ ਨੂੰ ਲਗਾਤਾਰਤਾ ਰੱਖਣੀ ਵੀ ਉਹ ਜੁੜੇ ਰਹਿਣ, ਤੇ ਇੱਕ ਕੈਮਰੇ ਮੂਹਰੇ ਕੰਮ ਕਰਨਾ ਇੱਕਦਮ ਆ ਕੇ ਹਨਾ। ਤੇ ਕਿਵੇਂ ਵੇਖਦੇ ਹੋ ਦੋਨੋਂ ਚੀਜ਼ਾਂ ਨੂੰ? ਕੀ ਸੁਖਾਲਾ ਲੱਗਦਾ ਸੀਗਾ? ਮੈਨੂੰ ਦੋਨੋਂ ਹੀ ਸਿਖਾਲੇ ਲੱਗੇ। ਅੱਛਾ। ਮੈਂ ਅੱਜ ਵੀ ਜੇ ਮੈਨੂੰ ਕੋਈ ਕਵੇ ਤੁਸੀਂ ਜਾ ਕੇ ਰੇਡੀਓ ਕਰਨਾ, ਮੈਂ ਕਰ ਸਕਦੀ ਹਾਂ ਹਨਾ। ਕਿਉਂਕਿ ਜਦੋਂ ਤੁਸੀਂ ਕਿਸੇ ਕੰਮ ਨੂੰ ਬਹੁਤ ਜ਼ਿਆਦਾ ਮਿਹਨਤ ਜਾਂ ਸਿੱਖਣ ਦੀ ਚਾਹਨਾ ਨਾਲ ਕਰਦੇ ਹੋ ਨਾ, ਵੀ ਅੱਜ ਜਾਵਾਂਗੇ, ਅੱਜ ਕੀ ਨਵਾਂ ਹੋਊਗਾ ਜਾਂ ਅੱਜ ਕਿਹੜੀਆਂ ਨਵੀਆਂ ਚੀਜ਼ਾਂ ਅਸੀਂ ਸਿੱਖਾਂਗੇ ਨਾ, ਤਾਂ ਫਿਰ ਮੈਨੂੰ ਲੱਗਦਾ ਕੋਈ ਵੀ ਕੰਮ ਤੁਹਾਨੂੰ ਔਖਾ ਨਹੀਂ ਲੱਗਦਾ ਹੈਗਾ। ਜੀ ਬਿਲਕੁਲ। ਇਹ ਹੋ ਸਕਦਾ ਵੀ ਤੁਹਾਡੇ ਹੋ ਸਕਦਾ ਔਖਾ ਵੀ ਹੋਵੇ, ਪਰ ਉਹਨੂੰ ਜਿਹੜੀ ਸਿੱਖਣ ਦੀ ਇੱਕ ਮਿਆਦ ਹੁੰਦੀ ਹੈ ਉਹ ਘੱਟ ਜਾਂਦੀ ਆ, ਵੀ ਤੁਸੀਂ ਛੇਤੀ ਸਿੱਖ ਲੈਂਦੇ ਹੋ ਚੀਜ਼ਾਂ ਨੂੰ ਹਨਾ। ਤਾਂ ਰੇਡੀਓ ਤੇ ਇੱਕ ਚੀਜ਼ ਹੁੰਦੀ ਸੀਗੀ ਵੀ ਤੁਹਾਨੂੰ ਉਸੇ ਟਾਈਮ, ਕਿਉਂਕਿ ਮੈਂ 4 ਘੰਟੇ ਦਾ ਲਾਈਵ ਕਰਦੀ ਹੁੰਦੀ ਸੀਗੀ, ਜਾਂ ਇੰਟਰਵਿਊਜ਼ ਵੀ ਜਿਹੜੀਆਂ ਹੁੰਦੀਆਂ ਸੀ ਉਹ ਲਾਈਵ ਹੁੰਦੀਆਂ ਸੀਗੀਆਂ, ਤਾਂ ਦੂਸਰੇ ਪਾਸੇ ਸਟੂਡੀਓ ਦੇ ਇਸ ਪਾਰ ਤੁਸੀਂ ਬੈਠੇ ਹੁੰਦੇ ਹੋ ਤੇ ਦੂਸਰੇ ਪਾਰ ਕੋਈ ਬੈਠਾ ਤੁਹਾਨੂੰ ਸੁਣ ਰਿਹਾ ਹੁੰਦਾ। ਤੇ ਤੁਸੀਂ ਬਿਲਕੁਲ ਇਹ ਨਾਲ ਜੁੜੇ ਹੁੰਦੇ ਹੋ, ਤੇ ਇਨਸਟੈਂਟ ਤੁਹਾਨੂੰ ਫੀਡਬੈਕ ਮਿਲ ਜਾਂਦਾ ਹਨਾ। ਤਾਂ ਕੈਮਰੇ ਤੇ ਆਉਣ ਦਾ ਸਭ ਤੋਂ ਵੱਡਾ ਜਿਹੜਾ ਰੇਡੀਓ ਨੇ ਮੈਨੂੰ ਫਾਇਦਾ ਇਹ ਦਿੱਤਾ ਵੀ ਮੇਰੀ ਪਹਿਲੀ ਇੰਟਰਵਿਊ ਹੀ ਵਿਦਆਊਟ ਫੰਬਲ ਸੀਗੀ। ਅੱਛਾ। ਤੋਂ ਇਸ ਕਰਕੇ ਸੀਗੀ ਕਿਉਂਕਿ ਅਸੀਂ 4-4 5-5 ਘੰਟਿਆਂ ਦਾ ਲਾਈਵ ਕਰਦੇ ਹੁੰਦੇ ਸੀਗੇ ਰੇਡੀਓ ਤੇ, ਤਾਂ ਉੱਥੇ ਗਲਤੀ ਦੀ ਗੁੰਜਾਇਸ਼ ਨਹੀਂ ਹੁੰਦੀ ਹੈ ਨਾ। ਜਾਂ ਜੇ ਤੁਸੀਂ ਗਲਤੀ ਕਰ ਵੀ ਦਿੰਦੇ ਹੋ ਤਾਂ ਰੇਡੀਓ ਤੁਹਾਨੂੰ ਸਿਖਾਉਂਦਾ ਕਿ ਉਹਨਾਂ ਨੂੰ ਤੁਸੀਂ ਕਵਰ ਅਪ ਕਿਵੇਂ ਕਰਨਾ ਹੈ ਹਨਾ। ਮੈਨੂੰ ਦੋਨਾਂ 'ਚ ਹੀ ਮਜ਼ਾ ਆਉਂਦਾ। ਮੈਨੂੰ ਅੱਜ ਵੀ ਮੈਂ ਰੇਡੀਓ ਜੇ ਮੈਨੂੰ ਮੌਕਾ ਮਿਲੇ ਮੈਂ ਜ਼ਰੂਰ ਕਰਾਂ, ਪਰ ਮੈਨੂੰ ਕੈਮਰੇ ਤੇ ਕੰਮ ਕਰਨ ਦਾ ਵੀ ਉਨਾ ਹੀ ਮਜ਼ਾ ਆਉਂਦਾ, ਜ਼ਿਆਦਾ ਆਉਂਦਾ। ਇੱਕ ਕਹਾਵਤ ਆ, ਕਹਿੰਦੇ ਹੁੰਦੇ ਆ, ਗੱਲ ਕਹਿੰਦੀ ਆ, ਤੂੰ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਪਿੰਡੋਂ ਕਢਾਵਾਂਗੀ। ਤੇ ਜਦੋਂ ਬੋਲਦੇ ਹੋ ਕਿਸੇ ਇੰਟਰਵਿਊ ਨੂੰ, ਸਵਾਲ ਪੁੱਛਦੇ ਹੋ, ਕਿਸੇ ਪ੍ਰੋਗਰਾਮ ਦੇ ਵਿੱਚ ਆਉਂਦੇ ਹੋ, ਸ਼ਬਦਾਂ ਤੇ ਪਕੜ ਜਾਂ ਗੱਲਬਾਤ ਕਰਨੀ, ਕਿੰਨਾ ਕੁ ਮਨ ਦੇ ਵਿੱਚ ਖਿਆਲ ਹੁੰਦਾ ਜਾਂ ਕਿੰਨਾ ਕੁ ਡਰ ਹੁੰਦਾ ਜਾਂ ਕਿੰਨੇ ਕੁ ਤੁਹਾਡੀ ਤਿਆਰੀ ਹੁੰਦੀ ਹੈ ਉਸ ਗੱਲ ਨੂੰ ਲੈ ਕੇ ਵੀ ਮੈਂ ਕਿਵੇਂ ਪੁੱਛਣਾ ਕਿਸੇ ਪ੍ਰੋਗਰਾਮ ਨੂੰ? ਤਿਆਰੀ ਤਾਂ ਹੁੰਦੀ ਆ ਜੀ, ਕਰਨੀ ਵੀ ਪੈਂਦੀ ਆ। ਮੈਨੂੰ ਲੱਗਦਾ ਵਾ ਵੀ ਜਦੋਂ ਆਪਾਂ ਬਿਨਾਂ ਤਿਆਰੀ ਤੋਂ ਕੋਈ ਕੰਮ
ਕਰਨ ਜਾਂਦੇ ਆ ਜੀ। ਹਨਾ, ਉਹਦਾ ਪਤਾ ਲੱਗ ਜਾਂਦਾ ਵਾ। ਸਹੀ ਗੱਲ ਹੈ। ਤੇ ਜਿਵੇਂ ਸਕੂਲ ਦੇ ਵਿੱਚ ਵੀ ਜਿਹੜਾ ਹੋਮਵਰਕ ਦੀ ਆਦਤ ਆ, ਮੈਨੂੰ ਲੱਗਦਾ ਨਾ ਉਹ ਬਹੁਤ ਵਧੀਆ ਚੀਜ਼ ਆ ਜਿਹੜੀ ਸਾਨੂੰ ਸਕੂਲਾਂ ਦੇ ਵਿੱਚ ਸਿਖਾਈ ਜਾਂਦੀ ਸੀ ਵੀ ਤੁਸੀਂ ਜਿਹੜਾ ਸਕੂਲ ਪੜ੍ਹ ਲਿਆ ਤਾਂ ਠੀਕ ਆ, ਪਰ ਘਰੋਂ ਵੀ ਤੁਸੀਂ ਕੀ ਪੜ੍ਹ ਕੇ ਆਏ ਹੋ। ਤਾਂ ਜਿਵੇਂ ਆਪਾਂ ਵੀ ਇੰਟਰਵਿਊ ਤੋਂ ਪਹਿਲਾਂ ਜਿਹੜੀ ਤਿਆਰੀ ਕਰਦੇ ਉਹਨੂੰ ਅਸੀਂ ਹੋਮਵਰਕ ਕਹਿ ਲੈਂਦੇ ਆ ਹਨਾ। ਬਿਲਕੁਲ। ਮੈਨੂੰ ਲੱਗਦਾ ਉਹ ਬਹੁਤ ਜ਼ਰੂਰੀ ਹੁੰਦਾ ਕਰਨਾ। ਤੇ ਮੈਨੂੰ ਯਾਦ ਨਹੀਂ ਹੈਗਾ ਵੀ ਕਿਹੜੀ ਇੱਕ ਇੰਟਰਵਿਊ ਆ ਜਿਹੜੀ ਮੈਂ ਬਿਨਾਂ ਤਿਆਰੀ ਤੋਂ ਕੀਤੀ ਹੋਊਗੀ। ਮੈਂ ਤੁਹਾਡੀ ਆਉਣ ਤੋਂ ਪਹਿਲਾਂ ਇੱਕ ਇੰਟਰਵਿਊ ਵੇਖ ਰਿਹਾ ਸੀ ਡਾਕਟਰ ਸਤਿੰਦਰ ਸਰਤਾਜ ਹੋਣਾ ਦੇ ਨਾਲ। ਉਹਦੇ ਵਿੱਚ ਤੁਸੀਂ ਸਵਾਲ ਤੇ ਸਵਾਲ, ਹਰ ਸਵਾਲ ਤੇ ਪ੍ਰਭਾਵਿਤ ਕਰਦੇ ਜਾਂਦੇ ਹੋ। ਉਹਨਾਂ ਦੇ ਉੱਤਰ ਤਾਂ ਬਾਕਮਾਲ ਨੇ, ਤੁਹਾਡੇ ਸਵਾਲ ਵੀ ਬੜੇ ਪ੍ਰਭਾਵਸ਼ਾਲੀ ਨੇ। ਮਨ ਦੇ ਵਿੱਚ ਇਦਾਂ ਆਉਂਦਾ ਵੀ ਇਵੇਂ ਲੱਗਦਾ ਵੀ ਮੈਡਮ ਹੋਣਾ ਨੇ ਤਾਂ ਜਿਵੇਂ ਨਾਲ ਰਹਿ ਕੇ ਦੇਖਿਆ ਹੁੰਦਾ ਵੀ ਸਤਿੰਦਰ ਸਰਤਾਜ ਤਸਵੀਰ ਚੱਲੀ ਜਾਂਦੀ ਹੈ ਇੱਕ। ਤੇ ਤੁਸੀਂ ਇਹ ਸਾਰੀ ਤਿਆਰੀ ਨੂੰ ਪ੍ਰਿੰਟ ਦੇ ਤੌਰ ਤੇ ਕਰਦੇ ਹੋ ਜਾਂ ਵਿਜ਼ੂਅਲ ਦੇ ਵਿੱਚ ਜਾ ਕੇ ਵੀ ਦੇਖਦੇ ਹੋ ਵੀ ਇਹ ਬੰਦਾ ਕਿਵੇਂ ਆ, ਕੀ ਆ? ਬਹੁਤ ਸਾਰੀਆਂ ਚੀਜ਼ਾਂ ਨੇਗੀਆਂ, ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਸਿਰਫ ਉਹਨਾਂ ਦਾ ਕੰਮ ਦੇਖਦੇ ਹੋ ਵੀ ਮੈਂ ਸਿਰਫ ਉਹਨਾਂ ਤੇ ਕੰਮ ਤੇ ਸਵਾਲ ਕਰਨਾ ਹੈ, ਪਰ ਤੁਸੀਂ ਸਾਹਮਣੇ ਵਾਲੀ ਦੀ ਪਰਸਨੈਲਿਟੀ ਨੂੰ ਵੀ ਓਬਜ਼ਰਵ ਕਰਦੇ ਹੋ ਵੀ ਤੁਸੀਂ ਇਹ ਵੀ ਚੀਜ਼ਾਂ ਦਾ ਧਿਆਨ ਰੱਖਦੇ ਹੋ ਵੀ ਕਿਤੇ ਇੰਟਰਵਿਊ ਦੇ ਚੱਕਰ ਵਿੱਚ ਤੁਸੀਂ ਉਹਨਾਂ ਨੂੰ ਜਾਣੇ ਅਣਜਾਣੇ ਦੇ ਵਿੱਚ ਹਨਾ ਉਹਨਾਂ ਦਾ ਦਿਲ ਨਾ ਦਿਖਾ ਦਵੋ। ਤੁਸੀਂ ਉਹਨਾਂ, ਜਿਵੇਂ ਤੁਸੀਂ ਪਹਿਲੀ ਗੱਲ ਕਹੀ ਆ ਵੀ ਮਨ 'ਚ ਡਰ ਹੁੰਦਾ, ਇਸ ਚੀਜ਼ ਦਾ ਡਰ ਹੁੰਦਾ ਕਿ ਜਾਣੇ ਅਣਜਾਣੇ 'ਚ ਅਸੀਂ ਕੋਈ ਸਵਾਲ ਜਾਂ ਕੋਈ ਸ਼ਬਦ ਉਹਨਾਂ ਨਾਲ ਗੱਲ ਕਰਦੇ ਹੋਏ ਇਹੋ ਜਿਹਾ ਨਾ ਵਰਤ ਲਈਏ ਜਿਹਦੇ ਨਾਲ ਉਹਨਾਂ ਦਾ ਦਿਲ ਦੁਖੇ। ਬਿਲਕੁਲ ਬਿਲਕੁਲ। ਤੇ ਇੰਟਰਵਿਊ ਦੀ ਤਿਆਰੀ ਮੈਂ ਕਰਦੀ ਹੁੰਦੀ ਆ ਵੀ ਜ਼ਰੂਰੀ ਨਹੀਂ ਵੀ ਤੁਸੀਂ ਸਿਰਫ ਉਹਨਾਂ ਦੇ ਕੰਮ ਨੂੰ ਹੀ ਲੈ ਕੇ ਸਵਾਲ ਕਰਨੇ ਨੇਗੇ ਹਨਾ, ਤਾਂ ਤੁਹਾਨੂੰ ਉਹਨਾਂ ਦੀ ਸ਼ਖਸੀਅਤ ਬਾਰੇ ਵੀ ਪਤਾ ਹੋਣਾ ਚਾਹੀਦਾ ਵਾ ਵੀ ਉਹ ਕਿਹੋ ਜਿਹੇ ਨੇ ਜਾਂ ਕਿਹੋ ਜਿਹੀਆਂ ਗੱਲਾਂ ਉਹਨਾਂ ਨੂੰ ਚੰਗੀਆਂ ਲੱਗਦੀਆਂ ਨੇ ਕਰਨੀਆਂ ਹਨਾ, ਜਾਂ ਉਹਨਾਂ ਦਾ ਫੀਲਡ ਆਫ ਇੰਟਰਸਟ ਕੀ ਆ, ਮੈਂ ਉਹਨਾਂ ਨੂੰ ਕੀ ਸਵਾਲ ਪੁੱਛ ਸਕਦੀ ਹਾਂ ਹਨਾ। ਹੁਣ ਸਰਤਾਜ ਸਾਹਿਬ ਉਹਨਾਂ ਨੂੰ ਬੈਠ ਕੇ ਤੁਸੀਂ ਬਿਲਕੁਲ ਇਹ ਨਹੀਂ ਕਹਿ ਸਕਦੇ ਵੀ ਤੁਸੀਂ ਦੱਸੋ ਜੀ ਤੁਹਾਡੀ ਸ਼ੁਰੂਆਤ ਕਿਵੇਂ ਹੋਈ ਸੀ ਹਨਾ। ਬਿਲਕੁਲ ਬਿਲਕੁਲ। ਸੋ ਉਹਨਾਂ ਦੀ ਸ਼ੁਰੂਆਤ ਮੈਨੂੰ ਜਾਣਨੀ ਪਊਗੀ, ਸ਼ੁਰੂਆਤ ਤੋਂ ਬਾਅਦ ਵਾਲੇ ਸਵਾਲ ਨੇ ਜਿਹੜੇ ਉਹ ਮੈਂ ਉਹਨਾਂ ਨੂੰ ਕਰ ਸਕਦੀ ਹਾਂ ਹਨਾ ਜੀ, ਐਵੇਂ ਰਹਿੰਦੀਆਂ। ਇੱਕ ਆਮ ਹੀ ਅਖਬਾਰਾਂ ਦੇ ਵਿੱਚ ਪੜ੍ਹਦੇ ਹੁੰਦੇ ਜਾਂ ਜਦੋਂ ਆਪਾਂ ਪੜ੍ਹਦੇ ਹੁੰਦੇ ਸੀਗੇ ਵਿੱਦਿਆ ਦੇ ਵਿੱਚ, ਪੜ੍ਹਾਈ ਦੇ ਵਿੱਚ ਇਹ ਵੇਖਿਆ ਸਬਜੈਕਟ ਦੇ ਵਿੱਚ ਵੀ ਕਿਸੇ ਨੂੰ ਸਵਾਲ ਕਿਵੇਂ ਪੁੱਛਣਾ। ਤੁਹਾਡਾ ਜਨਮ ਕਦੋਂ ਹੋਇਆ, ਅਖਬਾਰਾਂ ਦੇ ਵਿੱਚ ਵੀ ਆਮ ਹੀ ਇੰਟਰਵਿਊ ਜਿਹੜੀ ਪੜ੍ਹਦੇ ਹੁੰਦੇ ਸੀ ਆਈ ਹੁੰਦੀ ਹੈ ਕਿਸੇ ਕਲਾਕਾਰ ਦੀ। ਤੁਸੀਂ ਕਿੱਥੇ ਜਾਮੇ, ਕਿੱਥੇ ਪੜ੍ਹੇ, ਪਰਿਵਾਰ 'ਚ ਕੌਣ ਕੌਣ ਆ, ਕਿਹੜੇ ਕਿਹੜੇ ਦੇਸ਼ ਗਏ, ਕੀ ਪ੍ਰਾਪਤੀਆਂ ਨੇ, ਇਹ ਕਿਹੜੀਆਂ ਕਿਤਾਬਾਂ ਪੜ੍ਹਦੇ ਹੋ। ਇਹੀ 8-10 ਕੁਐਸਚਨ ਸਾਰਿਆਂ ਲਈ ਹੁੰਦੇ ਸੀਗੇ। ਇਹ ਜਦੋਂ ਤੁਸੀਂ ਇਹ ਚੀਜ਼ਾਂ ਵੇਖਦੇ ਸੀ ਤੁਹਾਡੇ ਮਨ 'ਚ ਕੀ ਖਿਆਲ ਆਉਂਦੇ ਹੁੰਦੇ ਸੀ ਪੜ੍ਹਨ ਸਮੇਂ ਵੀ ਮੈਂ ਇਸ ਤੋਂ ਐਕਸਟਰਾ ਕਿਵੇਂ ਸੋਚੂੰਗੀ? ਨਹੀਂ, ਉਦੋਂ ਹੀ ਬਹੁਤ ਵਧੀਆ ਲੱਗਦੇ ਸੀਗੇ। ਵਧੀਆ ਲੱਗਦੇ ਹਾਂ, ਕਿਉਂਕਿ ਜਿਵੇਂ ਹਰ ਬੰਦੇ ਦੀ ਗਰੋਥ ਹੁੰਦੀ ਹੈ ਨਾ, ਤੁਸੀਂ ਇੱਕ ਪੌੜੀ ਤੇ ਚੜ੍ਹ ਕੇ ਦੂਜੀ ਵਾਰੀ ਸੋਚਦੇ ਹੋ, ਦੂਜੀ ਤੇ ਚੜ੍ਹ ਕੇ ਫਿਰ ਤੁਸੀਂ ਤੀਜੀ ਵਾਰੀ ਸੋਚਦੇ। ਜਦੋਂ ਤੁਹਾਡਾ ਪੈਰ ਪਹਿਲੀ ਤੇ ਹੁੰਦਾ ਤੁਹਾਨੂੰ ਪਹਿਲੀ ਉਹ ਚੰਗੀ ਲੱਗਦੀ ਹੁੰਦੀ। ਬਿਲਕੁਲ। ਤਾਂ ਮੈਂ ਨਹੀਂ ਕਹਿੰਦੀ ਵੀ ਮੈਂ ਕਦੇ ਨਹੀਂ ਸਵਾਲ ਕੀਤੇ ਇਹ ਜੇ, ਮੇਰੀਆਂ ਬਹੁਤ ਸਾਰੀਆਂ ਰੇਡੀਓਜ਼ ਦੀਆਂ ਜਿਹੜੀਆਂ ਇੰਟਰਵਿਊਜ਼ ਕਈ ਵਾਰ ਮੈਂ ਹੁਣ ਆਰਕਾਈਵ ਚੋਂ ਕੱਢ ਕੇ ਸੁਣਦੀ ਹਾਂ ਤਾਂ ਮੈਨੂੰ ਲੱਗਦਾ ਹੁੰਦਾ ਵੀ ਆਹ ਕਿਹੋ ਜਿਹਾ ਸਵਾਲ ਪੁੱਛਿਆ ਹਨਾ ਮੈਂ। ਜਾਂ ਬਹੁਤ ਸਾਰੀਆਂ ਹੁਣ ਦੀਆਂ ਵੀ ਟੀਵੀ ਦੀਆਂ ਵੀ ਆਪਣੇ ਚੈਨਲਸ ਦੀਆਂ ਵੀ ਇੰਟਰਵਿਊ ਕੱਢ ਕੇ ਜਦੋਂ ਮੈਂ ਆਪਣੀਆਂ ਪੁਰਾਣੀਆਂ ਸੁਣਦੀ ਹਾਂ ਹਨਾ, ਉਦੋਂ ਬਹੁਤ ਵਧੀਆ ਲੱਗਦੀਆਂ ਸੀ। ਹੁਣ ਲੱਗਦਾ ਵੀ ਆਹ ਤਾਂ ਬਹੁਤ ਬਚਕਾਨਾ ਸਵਾਲ ਸੀਗਾ ਹਨਾ। ਤੇ ਜਦੋਂ ਅਖਬਾਰਾਂ ਦੇ ਵਿੱਚ ਵੀ ਜਾਂ ਰਸਾਲਿਆਂ ਦੇ ਵਿੱਚ ਵੀ ਉਹ ਇੰਟਰਵਿਊਜ਼ ਪੜ੍ਹਦੇ ਹੁੰਦੇ ਸੀ ਉਦੋਂ ਬਹੁਤ ਵਧੀਆ ਲੱਗਦੀਆਂ ਹੁੰਦੀਆਂ ਸੀ, ਕਿਉਂਕਿ ਉਦੋਂ ਉਹਨਾਂ ਚੀਜ਼ਾਂ ਬਾਰੇ ਵੀ ਪਤਾ ਨਹੀਂ ਸੀ ਹੁੰਦਾ ਹਨਾ। ਮੈਨੂੰ ਕੀ ਪਤਾ ਵਾ ਵੀ ਫਲਾਣੇ ਸਟਾਰ ਦਾ ਜਨਮ ਕਿੱਥੇ ਹੋਇਆ, ਤਾਂ ਮੇਰੇ ਲਈ ਤਾਂ ਨਵੀਂ ਗੱਲ ਹੁੰਦੀ ਸੀਗੀ। ਹੁਣ ਆਪਾਂ ਉਹਨਾਂ ਲੋਕਾਂ 'ਚ ਵਿਚਰ ਰਹੇ ਹਾਂ ਜਾਂ ਉਹਨਾਂ ਚੀਜ਼ਾਂ ਨੂੰ ਆਪਾਂ ਜਾਣ ਚੁੱਕੇ, ਇਸ ਕਰਕੇ ਆਪਾਂ ਨੂੰ ਬਹੁਤ ਜ਼ਿਆਦਾ ਕਿਉਰਿਓਸਿਟੀ ਨਹੀਂ ਹੈਗੀ ਉਹਨਾਂ ਚੀਜ਼ਾਂ ਦੀ। ਜਾਂ ਹਾਂ, ਉਹ ਤੁਹਾਡਾ ਹੁਣ ਪੱਧਰ ਥੋੜਾ ਜਿਹਾ ਉਹ ਹੋ ਗਿਆ ਵੀ ਤੁਹਾਨੂੰ ਲੱਗਦਾ ਵੀ ਇਸ ਤੋਂ ਅੱਗੇ ਦਾ ਕੋਈ ਸਵਾਲ ਹੋਣਾ ਚਾਹੀਦਾ ਹਨਾ। ਪਰ ਉਦੋਂ ਜਦੋਂ ਪੜ੍ਹਦੇ ਸੀ ਉਦੋਂ ਉਹ ਬਹੁਤ ਵਧੀਆ ਲੱਗਦਾ ਹੁੰਦਾ ਸੀ, ਆਪਣੇ ਆਪ 'ਚ ਉਹੀ ਵੱਡੇ ਸੀ। ਹਾਂ, ਉਦੋਂ ਉਹੀ ਵੱਡੇ ਸੀ। ਉਦੋਂ ਲੱਗਦਾ ਸੀਗਾ ਵੀ ਇਹਨਾਂ ਨੇ ਕਿੰਨਾ ਕੁਛ ਦੱਸਿਆ ਸਾਨੂੰ ਇਹਨਾਂ ਬਾਰੇ ਹਨਾ। ਉਹ ਸਵਾਲ ਬਹੁਤ ਵਧੀਆ ਲੱਗਦੇ ਹੁੰਦੇ ਸੀ। ਇੱਕ ਚੀਜ਼ ਜਿਹੜੀ ਮੇਰੇ ਮਨ 'ਚ ਪੜ੍ਹਦੇ ਸਮੇਂ ਵੀ ਸੀਗੀ ਤੇ ਹੁਣ ਵੀ ਤੁਹਾਡੇ ਤੋਂ ਮੈਂ ਉਹੀ ਪੁੱਛਣਾ ਚਾਹਣਾ, ਕਿਉਂਕਿ ਜਦੋਂ ਤੁਸੀਂ ਇੰਟਰਵਿਊ ਕਰਦੇ ਹੋਗੇ ਬੜੇ ਵੱਡੇ ਅਦਾਰਿਆਂ ਤੇ ਬੜੇ ਵੱਡੇ ਲੋਕਾਂ ਤੋਂ, ਜਿਹੜੇ ਉਹ ਸਵਾਲ ਅਕਸਰ ਪੁੱਛੇ ਜਾਂਦੇ, ਤੁਹਾਨੂੰ ਰੰਗ ਕਿਹੜਾ ਪਸੰਦ ਆ, ਤੁਸੀਂ ਖਾਣਾ ਕੀ ਪਸੰਦ ਕਰਦੇ ਹੋ, ਤੁਹਾਡੇ ਨਾਲ ਅਸੀਂ ਇੱਕ ਛੋਟੀ ਜਿਹੀ ਗੇਮ ਖੇਡਣੀ ਆ, ਤੁਸੀਂ ਜਲਦੀ ਉੱਤਰ ਦੇਣਾ ਆਹ 5 ਸਵਾਲਾਂ ਦਾ। ਤੁਸੀਂ ਇਹੋ ਜਿਹੀਆਂ ਚੀਜ਼ਾਂ ਨਹੀਂ ਪੁੱਛਦੇ, ਇਹ ਕੀ ਗੱਲ? ਕਿਉਂਕਿ ਮੈਨੂੰ ਲੱਗਦਾ ਵੀ ਉਹ ਜ਼ਰੂਰੀ ਨਹੀਂ ਗੀਆਂ। ਮੈਨੂੰ ਲੱਗਦਾ ਵੀ ਜੇ ਤਾਂ, ਕਿਉਂਕਿ ਜੇ ਮੈਂ ਹੋਮਵਰਕ ਨਹੀਂ ਕੀਤਾ ਹੋਊਗਾ ਹਨਾ, ਤਾਂ ਹੁਣ ਅੱਧੇ ਘੰਟੇ ਦੀ ਇੰਟਰਵਿਊ ਕਿਸੇ ਟਾਈਮ ਕਿਸੇ ਲੋਟ ਦਾ ਟਪਾਉਣੀ ਆ ਹਨਾ। ਫਿਰ ਉਹਦੇ ਲਈ ਮੈਂ ਕਹੂੰਗੀ ਵੀ ਅੱਛਾ ਤਿਆਰੀ ਤਾਂ ਮੈਂ ਕੀਤੀ ਨਹੀਂ, ਐਂ ਕਰਦੇ ਵੀ 10 ਮਿੰਟ ਦੀ ਗੇਮ ਜੀ ਖੇਡ ਲਾਂਗੇ, 10 ਮਿੰਟ ਦੇ ਆਹ ਨੇ ਜਿਹੜੇ ਉਹ ਯੈਸ ਨੋ ਵਾਲੇ ਕੁਐਸਚਨ ਜੇ ਕਰ ਲਾਂਗੇ, 10 ਕੁ ਮਿੰਟਾਂ 'ਚ ਹੀ ਆਪਾਂ ਮਤਲਬ ਉਹਦੇ ਹੁਣ ਦੇ ਕਿਸੇ ਕੰਮ ਨੂੰ ਲੈ ਕੇ ਗੱਲ ਕਰ ਲਾਂਗੇ ਵੀ ਸਾਡਾ ਅੱਧਾ ਘੰਟਾ ਨਿਕਲ ਗਿਆ ਨਾ। ਆਪਾਂ ਨੂੰ ਥੋੜਾ ਜਿਹਾ ਲਾਹਾ ਹੁੰਦਾ ਵੀ ਅਗਲੇ ਦੇ
ਕਿਉਂਕਿ ਹਰ ਇੱਕ ਬੰਦੇ ਦਾ ਟਾਈਮ ਨਾ ਬਹੁਤ ਕੀਮਤੀ ਅੱਜ ਕੱਲ, ਕਿਸੇ ਕੋਲ ਟਾਈਮ ਨਹੀਂ ਹੈਗਾ ਹਨਾ। ਆਪਣੇ ਘਰ ਦੇ ਜਾਂ ਆਪਾਂ ਵੀ ਕਈ ਵਾਰ ਘਰੇ ਫੋਨ ਕਰਨ ਲੱਗਿਆ ਹਨਾ 10-10 ਦਿਨ 4-4 ਦਿਨ ਲੰਘਾ ਦਿੰਦੇ ਆ, ਆਪਣੇ ਕੋਲ ਆਪਣੇ ਘਰਦਿਆਂ ਨੂੰ ਦੇਣ ਲਈ ਟਾਈਮ ਨਹੀਂ। ਇੱਕ ਤਾਂ ਮੈਨੂੰ ਇਹ ਹੁੰਦਾ ਵੀ ਹਰ ਇੱਕ ਬੰਦੇ ਦਾ ਅੱਜ ਦੇ ਟਾਈਮ 'ਚ ਨਾ ਸਮਾਂ ਬੜਾ ਕੀਮਤੀ ਆ, ਵੀ ਉਹਨੇ ਸਾਨੂੰ ਜੇ ਘੰਟਾ ਦਿੱਤਾ ਤਾਂ ਘੰਟਾ ਦੇ ਕੇ ਉਹਨੂੰ ਪਛਤਾਵਾ ਨਾ ਹੋਵੇ ਹਨਾ। ਤੇ ਦੂਸਰੀ ਗੱਲ, ਆਪਾਂ ਬੰਦੇ ਬਾਰੇ ਪਹਿਲਾਂ ਤਿਆਰੀ ਇੰਨੀ ਕਰਕੇ ਜਾਂਦੇ ਹਾਂ ਉਹ ਸਵਾਲ ਹੀ ਨਹੀਂ ਮੁੱਕਦੇ ਹੈਗੇ ਨਾ। ਇੱਕ ਇਹ ਵੀ ਨਹੀਂ ਹੁੰਦਾ ਹੈਗਾ ਵੀ ਆਪਾਂ ਜਾ ਕੇ ਕਿਸੇ ਨੂੰ ਪ੍ਰਭਾਵਿਤ ਕਰਨ ਦੇ ਲਈ ਤਿਆਰੀ ਕਰਕੇ ਜਾਂਦੇ ਹਾਂ ਹਨਾ। ਜਿਵੇਂ ਹੁਣ ਕੋਸ਼ਿਸ਼ ਹੁੰਦੀ ਆ ਵੀ ਮੰਨ ਲਓ ਮੈਨੂੰ ਤੁਹਾਡੀ ਕਹਾਣੀ ਜਾਣਨ ਬਾਰੇ ਬੜੀ ਉਤਸੁਕਤਾ ਹੋਊਗੀ ਹਨਾ, ਤਾਂ ਮੇਰੇ ਜਿੰਨੇ ਵੀ ਇੰਟਰਵਿਊ ਰਹੇ ਨੇ ਜਾਂ ਹੁਣ ਤੱਕ ਜਿਨ੍ਹਾਂ ਨੂੰ ਵੀ ਮੈਂ ਇੰਟਰਵਿਊ ਕੀਤਾ, ਮੈਨੂੰ ਉਹਨਾਂ ਦੇ ਬਾਰੇ ਜਾਣਨ ਦੀ ਉਤਸੁਕਤਾ ਬੜੀ ਹੁੰਦੀ ਸੀ ਹੁਣ ਤੱਕ ਹਨਾ, ਵੀ ਇਹਨਾਂ ਬਾਰੇ ਮੈਂ ਆ ਵੀ ਜਾਣ ਲਵਾਂ ਤਾਂ ਮੈਂ ਨਹੀਂ ਕਹਿੰਦੀ ਵੀ ਜਿਹੜੀ ਗੇਮਾਂ ਖੇਡਦੇ ਨੇ ਇੰਟਰਵਿਊ ਦੇ ਵਿੱਚ ਉਹ ਮਾੜੀ ਗੱਲ ਆ, ਪਰ ਮੈਨੂੰ ਲੱਗਦਾ ਹੁੰਦਾ ਸੀਗਾ ਵੀ ਇਸ ਚੀਜ਼ ਨਾਲੋਂ ਮੈਂ ਜੇ ਇਹਦੇ ਬਾਰੇ ਆਹ ਚੀਜ਼ ਜਾਣ ਲਵਾਂ, ਜਾਂ ਹੋ ਸਕਦਾ ਜਿਹੜੇ ਮੇਰੇ ਦਰਸ਼ਕ ਦੇਖ ਰਹੇ ਨੇਗੇ ਉਹ ਇਹਦੇ ਬਾਰੇ ਆ ਵੀ ਜਾਣਨਾ ਚਾਹੁੰਦੇ ਹੋਣ ਹਨਾ, ਤਾਂ ਮੈਨੂੰ ਹੁੰਦਾ ਵੀ ਘੰਟੇ ਦੇ ਵਿੱਚ ਜਿੰਨਾ ਅਸੀਂ ਉਸ ਇਨਸਾਨ ਬਾਰੇ ਜਾਣ ਸਕੀਏ ਤਾਂ ਉਹ ਵਧੀਆ ਗੱਲ ਆ। ਬਿਲਕੁਲ ਬਿਲਕੁਲ। ਅੱਛਾ ਮੈਮ, ਜਿਹੜੇ ਆਮ ਕਰਕੇ ਆਪਾਂ ਵੇਖਦੇ ਆਂ ਵੀ ਚਾਹ ਦੇ ਕੱਪ ਪਏ ਹੁੰਦੇ ਆ ਇੰਟਰਵਿਊਆਂ 'ਚ, ਬੜੇ ਆ ਇੰਟਰਵਿਊਆਂ ਦੇ ਮੂਹਰੇ, ਖਾਸ ਕਰਕੇ ਮੇਰੇ ਮਨ 'ਚ ਵੀ ਇਹ ਕਨਸੈਪਟ ਸੀਗਾ ਵੀ ਯਾਰ ਚਾਹ ਤਾਂ ਜ਼ਰੂਰ ਪੀਣੀ ਪੈਂਦੀ ਹੈ ਇੰਟਰਵਿਊ ਦੇ ਦੌਰਾਨ, ਵੀ ਤਾਂ ਹੀ ਸ਼ਾਇਦ ਰੱਖੇ ਹੁੰਦੇ ਆ, ਤੇ ਆਲਾ ਦੁਆਲਾ ਜਿਹਾ ਬੜਾ ਭਰਮਾਇਆ ਵਾ ਹੁੰਦਾ। ਤੁਹਾਡੀਆਂ ਮੈਂ ਇੰਟਰਵਿਊਆਂ ਦੇ ਥੱਲੇ ਕਮੈਂਟ ਵੇਖ ਰਿਹਾ ਸੀ ਤੁਹਾਡੇ ਲਈ ਆਏ ਹੋਏ ਜ਼ਿਆਦਾਤਰ ਇੰਟਰਵਿਊਆਂ ਥੱਲੇ, ਮੈਡਮ ਤੁਸੀਂ ਬਹੁਤ ਸਾਦੇ ਹੋ, ਤੁਸੀਂ ਇੱਦਾਂ ਇੰਟਰਵਿਊ ਕਰਦੇ ਹੋ, ਤੁਸੀਂ ਬੜੇ ਸਿੱਧੇ ਸਵਾਲ ਪੁੱਛਦੇ ਹੋ, ਤੁਸੀਂ ਸਿੱਧੀ ਠੇਠ ਭਾਸ਼ਾ 'ਚ ਪੁੱਛਦੇ ਹੋ, ਕਦੇ ਤੁਸੀਂ ਨਹੀਂ ਸੋਚਿਆ ਵੀ ਆਪਾਂ ਵੀ ਥੋੜ੍ਹਾ ਜਿਹਾ ਤਾਮਝਾਮ ਜਿਹਾ ਕਰ ਲਈਏ, ਥੋੜ੍ਹਾ ਐਂ ਪ੍ਰਭਾਵ ਜਿਹਾ ਲੱਗੇ ਵੀ ਆ ਗਈ ਆਪਾਂ ਬਹੁਤ ਨਲਾਇਕ ਜੀ। ਮੈਨੂੰ ਲੱਗਦਾ ਆਪਾਂ ਬਹੁਤ ਸਾਦੇ ਐਂਕਰ ਆ ਹਨਾ, ਆਪਾਂ ਕਹਿ ਲਓ ਵੀ ਆਪਣਾ ਆਲਾ ਦੁਆਲਾ ਉਵੇਂ ਦਾ ਰਿਹਾ ਹੋਇਆ ਵੀ ਜਿਹੜੇ ਹਾਲ ਮਾਹੌਲ 'ਚ ਆਪਾਂ ਜੰਮੇ ਆ ਜਾਂ ਪਲੇ ਆ ਜਾਂ ਵੱਡੇ ਹੋਏ ਆ ਜਾਂ ਆਪਾਂ ਹੁਣ ਵੀ ਰਹਿੰਦੇ ਆ ਹਨਾ, ਉੱਥੇ ਸ਼ੋਸ਼ਾ ਨਹੀਂ ਹੈਗਾ। ਮਤਲਬ ਇਹ ਆਪਣੇ ਲਈ ਵੀ ਬਹੁਤ ਚੰਗੀ ਗੱਲ ਆ ਹਨਾ, ਕੁਦਰਤੀਪਨ ਜ਼ਿਆਦਾ ਆ ਆਪਣੀਆਂ ਜ਼ਿੰਦਗੀਆਂ ਦੇ ਵਿੱਚ, ਤਾਂ ਉਹ ਚੀਜ਼ ਹਜਮ ਨਹੀਂ ਆਉਂਦੀ ਹੈਗੀ। ਉਹ ਚੀਜ਼ ਹਲੇ ਆਪਾਂ ਉੱਡੇ ਹੋਏ ਨਹੀਂ ਹੈਗੇ ਵੀ ਉਸ ਚੀਜ਼ ਨੂੰ ਅਸੀਂ ਸਹਿਣ ਕਰ ਸਕੀਏ ਵੀ ਅਸੀਂ 50 ਲੱਖ ਦੇ ਸੈੱਟ ਤੇ ਬਹਿ ਕੇ ਇੰਟਰਵਿਊ ਕਰ ਰਹੇ ਹਾਂ ਹਨਾ। ਕਰਾਂਗੇ, ਮੈਂ ਇਹ ਨਹੀਂ ਕਹਿੰਦੀ ਵੀ ਆਪਾਂ ਨਹੀਂ ਕਰ ਸਕਦੇ, ਆਪਾਂ ਨਹੀਂ ਇਨੀਸ਼ੀਏਟ ਲੈਂਦੇ ਇਸ ਕਰਕੇ ਆਪਣਾ ਕੰਮ ਕੋਈ ਹੋਰ ਕਰ ਜਾਂਦਾ ਵਾ ਹਨਾ। ਤੇ ਪਰ ਮੈਨੂੰ ਲੱਗਦਾ ਹੁੰਦਾ ਵੀ ਇਹ ਜ਼ਰੂਰੀ ਵੀ ਆ, ਤੇ ਮੈਨੂੰ ਲੱਗਦਾ ਵੀ ਆਲੇ ਦੁਆਲੇ ਜਿੰਨਾ ਕੁਝ ਪਿਆ ਹੋਊਗਾ ਨਾ, ਦੇਖਣ ਵਾਲੇ ਦਾ ਧਿਆਨ ਉਨੀਆਂ ਚੀਜ਼ਾਂ ਤੇ ਜ਼ਿਆਦਾ ਜਾਊਗਾ, ਤੁਹਾਡੀ ਗੱਲ ਤੇ ਨਹੀਂ ਜਾਊਗਾ। ਇਸ ਕਰਕੇ ਮੈਨੂੰ ਲੱਗਦਾ ਹੁੰਦਾ ਵੀ ਸਾਦਾਪਣ ਹਰ ਇੱਕ ਨੂੰ ਚੰਗਾ ਲੱਗਦਾ ਹੁੰਦਾ ਆ, ਚਾਹੇ ਕੋਈ ਕਿੰਨਾ ਮਾਡਰਨ ਹੋ ਗਿਆ ਹੋਵੇ ਜਾਂ ਕੋਈ ਸ਼ਹਿਰ ਦਾ ਬੰਦਾ ਜਾਂ ਕੋਈ ਪਿੰਡ ਦਾ ਬੰਦਾ ਹਨਾ। ਜਿਹੜੀ ਚੀਜ਼ ਉਹਨੂੰ ਸਕਰੀਨ ਤੇ ਦਿਸ ਰਹੀ ਆ, ਜੋ ਝਲਕ ਸਕਰੀਨ ਦੀ ਉਹਨੂੰ ਆਪਣੇ ਨਾਲ ਜੋੜ ਰਹੀ ਆ, ਇਹ ਦੇਖਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਹੁਣ ਅਸੀਂ ਇੱਕ ਬਹੁਤ ਵੱਡੇ ਲੈਵਿਸ਼ ਇੱਕ ਸੈਟਅਪ ਦੇ ਵਿੱਚ ਬੈਠ ਕੇ ਇੰਟਰਵਿਊ ਕਰ ਰਹੇ ਹਾਂ ਨਾ, ਤਾਂ ਪਿੰਡ ਦਾ ਬੰਦਾ ਨਹੀਂ ਜੁੜੂਗਾ ਉਸ ਚੀਜ਼ ਦੇ ਨਾਲ ਹਨਾ, ਜਿੰਨੀ ਦੇਰ ਤੱਕ ਉਹਨੂੰ ਕੁਝ ਆਪਣੇ ਨਾਲ ਜੁੜੀ ਹੋਈ ਚੀਜ਼ ਉਹ ਸਕਰੀਨ ਤੇ ਨਜ਼ਰ ਨਹੀਂ ਆਉਂਦੀ ਹੈਗੀ ਨੇ। ਇਸ ਕਰਕੇ ਸਕਰੀਨ ਦਾ ਵੀ ਜਿਹੜਾ ਆਪਾਂ ਕਹਿ ਸਕਦੇ ਹਾਂ ਐਂਬੀਐਂਸ ਉੱਦਾਂ ਦੀ ਰੱਖੋ ਜਿਹਦੇ ਨਾਲ, ਜ਼ਰੂਰੀ ਨਹੀਂ ਗੱਲਬਾਤ, ਐਂਬੀਐਂਸ ਵੀ ਇੱਦਾਂ ਦੀ ਚੀਜ਼ ਹੁੰਦੀ ਹੈ ਜਿਹੜੀ ਆਡੀਅנס ਨੂੰ ਤੁਹਾਡੇ ਨਾਲ ਜੋੜ ਕੇ ਰੱਖਦੀ ਹੈ ਹਨਾ। ਮੈਨੂੰ ਲੱਗਦਾ ਵੀ ਹਲੇ ਇੱਕ ਤਾਂ ਆਪਾਂ ਨਹੀਂ ਆਪਣੇ ਪਚਣ ਵਾਲੀਆਂ ਹੈ ਨਹੀਂ ਉਹ ਚੀਜ਼ਾਂ। ਇੱਕ ਤੁਹਾਡੇ ਦਰਸ਼ਕਾਂ ਦਾ, ਚਾਹਣ ਵਾਲਿਆਂ ਦਾ ਸਵਾਲ ਆ, ਸਾਡੇ ਇੰਟਰਵਿਊਆਂ ਦੇ ਥੱਲੇ ਕਮੈਂਟ ਆਏ ਹੋਏ ਨੇ YouTube ਤੇ, ਉਹਦੇ ਵਿੱਚ ਇਹ ਹੈ ਕਿ ਗੁਰਦੀਪ ਮੈਡਮ ਨੂੰ ਜਲਦੀ ਫਿਲਮਾਂ ਦੇ ਵਿੱਚ ਆਉਣਾ ਚਾਹੀਦਾ ਗਾ। ਤੁਹਾਨੂੰ ਲੱਗਦਾ ਗੁਰਦੀਪ ਗਰੇਵਾਲ ਜਲਦੀ ਪੰਜਾਬੀ ਫਿਲਮਾਂ ਨੂੰ ਵੀ ਜਿਹੜਾ ਇਨਸਾਫ ਕਰ ਸਕਦੀ ਹੈ? ਮੈਂ ਥੋੜੇ ਦਿਨ ਪਹਿਲਾਂ ਫੇਸਬੁੱਕ ਤੇ ਲਿਖਿਆ ਸੀਗਾ, ਮੈਂ ਕਿਹਾ ਵੀ ਗਾਇਕ ਅਦਾਕਾਰੀ ਕਰ ਰਹੇ ਨੇ ਤੇ ਅਦਾਕਾਰ ਐਂਕਰਿੰਗ ਕਰ ਰਹੇ ਨੇ, ਤੇ ਐਂਕਰ ਹੋਰ ਕੀ ਕਰਨਾ ਹੁਣ। ਨਹੀਂ, ਮੈਨੂੰ ਲੱਗਦਾ ਵੀ ਜਿਵੇਂ ਆਪਾਂ ਕਹਿੰਦੇ ਹੁੰਦੇ ਨੇਗੇ ਵੀ ਇੱਕ ਪਾਸੇ ਆਪਣੇ ਆਪ ਨੂੰ ਇੱਕ ਆਪਣੇ ਨਾ ਕਾਲਜ ਡਾਕਟਰ ਹਰਜਿੰਦਰ ਵਾਲੀਆ ਆਏ ਸੀਗੇ, ਤਾਂ ਉਹਨਾਂ ਨੇ ਜਦੋਂ ਮੈਂ ਉੱਥੇ ਟੀਚਰ ਸੀ, ਬੱਚਿਆਂ ਦਾ ਵਾਈਵਾ ਸੀਗਾ, ਤੇ ਵਾਈਵਾ ਸ਼ੁਰੂ ਹੋਣ ਤੋਂ ਪਹਿਲਾਂ ਉਹਨਾਂ ਨੇ ਬੱਚਿਆਂ ਨੂੰ ਥੋੜਾ ਰਿਲੈਕਸ ਕਰਨ ਦੇ ਲਈ ਨਾ, ਕਿਉਂਕਿ ਵਾਲੀਆ ਸਰ ਤਾਂ ਆਪਣੇ ਤੇ ਪ੍ਰਭਾਵ ਹੀ ਇੰਨਾ ਸੀਗਾ, ਤਾਂ ਉਹ B1 ਦੇ ਬੱਚਿਆਂ ਨੂੰ ਆਏ ਤੇ ਉਹ ਕਹਿੰਦੇ ਵੀ ਇੱਕ ਬੰਦਾ ਸੀਗਾ ਵੀ ਉਹ ਨਾ ਥਾਂ ਪੱਟ ਰਿਹਾ ਸੀਗਾ ਪਾਣੀ ਕੱਢਣ ਦੇ ਲਈ, ਕਹਿੰਦੇ ਨੇ ਇੱਕ ਟੋਆ ਪੱਟਿਆ, ਕਹਿੰਦੇ ਨਿਕਲਿਆ ਨਹੀਂ, ਕਹਿੰਦਾ ਹੁਣ ਕਿ ਵੀ ਇੱਥੋਂ ਤਾਂ ਨਿਕਲਦਾ ਇਹਨੇ, ਦੂਆ ਪੱਟ ਲਿਆ, ਤੀਆ ਪੱਟ ਲਿਆ, ਕਹਿੰਦੇ ਵੀ ਦੱਸੋ ਤੁਸੀਂ ਉਹਨੂੰ ਕਰਨਾ ਕੀ ਚਾਹੀਦਾ ਸੀਗਾ। ਤੇ ਇੱਕ ਬੱਚਾ ਖੜਾ ਹੋ ਕੇ ਕਹਿੰਦਾ ਜੀ ਉਹਨੂੰ ਪਹਿਲੇ ਟੋਏ ਨੂੰ ਹੀ ਹੋਰ ਡੂੰਘਾ ਪੱਟਣਾ ਚਾਹੀਦਾ ਸੀਗਾ ਹਨਾ। ਸੋ ਮੈਨੂੰ ਲੱਗਦਾ ਜਿਹੜਾ ਕੰਮ ਆਪਣੇ ਹਿੱਸੇ ਆਇਆ ਪਹਿਲਾਂ, ਇਹਦੇ ਵਿੱਚ ਵੀ ਹਲੇ ਬਹੁਤ ਕੁਝ ਕਰਨ ਵਾਲਾ, ਇਹਦੇ ਵਿੱਚ ਵੀ ਹਲੇ ਬਹੁਤ ਕੁਝ ਸਿੱਖਣ ਵਾਲਾ ਹਨਾ, ਤਾਂ ਇਹਨੂੰ ਹੀ ਆਪਾਂ ਪੂਰਾ ਕਰ ਲਈਏ, ਇਹਦੇ 'ਚ ਹੀ ਆਪਾਂ ਪੂਰੇ ਉਤਰ ਆਈਏ, ਮੈਨੂੰ ਲੱਗਦਾ ਉਹੀ ਬਹੁਤ ਆ ਹਨਾ। ਬਾਕੀ ਘਰੇ ਸਾਡੇ ਇੱਕ ਐਕਟਰ ਹੈਗਾ, ਐਕਟਿੰਗ ਉਹ ਕਰ ਲੈਣਗੇ। ਬਿਲਕੁਲ, ਮੈਂ ਉਧਰ ਹੀ ਆਉਣਾ ਚਾਹੁੰਦਾ ਸੀ। ਮੈਡਮ ਆਪਣੇ ਥੋੜਾ ਪਰਿਵਾਰ ਬਾਰੇ ਦੱਸੋ, ਪਰਿਵਾਰ 'ਚ ਕੌਣ ਕੌਣ ਆ ਇਸ ਵਕਤ? ਤੁਸੀਂ
ਕਿੱਥੇ ਰਹਿ ਰਹੇ ਹੋ? ਮੈਨੂੰ ਤਾਂ ਪਤਾ ਮੈਂ ਕਿੱਥੇ ਬੈਠਾ ਤੁਹਾਡੇ ਕੋਲੇ ਆਇਆ, ਦਰਸ਼ਕਾਂ ਨੂੰ ਜ਼ਰੂਰ ਦੱਸੋ ਵੀ ਕਿੱਥੇ ਰਹਿ ਰਹੇ ਹੋ ਤੁਸੀਂ ਅੱਜ ਕੱਲ? ਮੈਂ ਸਭ ਤੋਂ ਪਹਿਲਾਂ ਆਪਣੇ ਪਿੰਡ ਲੈ ਕੇ ਜਾਊਂਗੀ ਨਾ। ਜੀ। ਤੇ ਮੇਰੇ ਪੇਕੇ ਪਰਿਵਾਰ 'ਚ ਮੇਰੇ ਮਦਰ ਨੇ, ਮੇਰਾ ਬ੍ਰਦਰ ਆ, ਭਾਬੀ ਆ, ਭਤੀਜਾ ਆ, ਤੇ ਮੇਰੀ ਭੈਣ ਆਸਟ੍ਰੇਲੀਆ ਰਹਿੰਦੀ ਜਿਹਨਾਂ ਕੋਲ ਅਸੀਂ ਜਾ ਕੇ ਆਏ ਸੀਗੇ। ਜੀ। ਤੇ ਬਾਕੀ ਸੀ ਮੇਰਾ ਸਾਰਾ ਸਹੁਰਾ ਪਰਿਵਾਰ, ਹੁਣ ਅਸੀਂ ਕੰਮ ਦੇ ਸਿਲਸਿਲੇ 'ਚ ਇੱਥੇ ਮੋਹਾਲੀ ਰਹਿੰਦੇ ਆ। ਜੀ। ਮੇਰੇ ਹਸਬੈਂਡ ਨੇ, ਮਦਰ ਇਨ ਲਾਅ ਨੇ, ਤੇ ਮੇਰੀ ਬੇਟੀ ਆ ਅਨੰਤ। ਤੁਸੀਂ ਬਾਈ ਹੁਣਾਂ ਬਾਰੇ ਵੀ ਥੋੜਾ ਦੱਸੋ, ਸੋਨਪ੍ਰੀਤ ਜਵੰਦਾ ਜੀ ਉਹਨਾਂ ਬਾਰੇ। ਉਹ ਖੁਦ ਫਿਲਮਾਂ ਦੇ ਵਿੱਚ ਆਪਣਾ ਬਖੂਬੀ ਰੋਲ ਅਦਾ ਕਰ ਰਹੇ ਨੇ। ਬਿਲਕੁਲ, ਸੋਨਪ੍ਰੀਤ ਥੀਏਟਰ ਦੇ ਆਰਟਿਸਟ ਨੇਗੇ, ਥੀਏਟਰ ਦੇ ਸਟੂਡੈਂਟ ਨੇ, ਨਿਰਮਲ ਰਿਸ਼ੀ ਮੈਮ ਉਹਨਾਂ, ਤੇ ਉਹਨਾਂ ਨੇ ਕਾਫੀ ਟਾਈਮ ਥੀਏਟਰ ਸਿੱਖਿਆ ਵੀ ਆ, ਥੀਏਟਰ ਕੀਤਾ ਤੇ ਥੀਏਟਰ ਦੇ ਟੀਚਰ ਵੀ ਰਹੇ ਹੋਏ ਨੇਗੇ। ਤੇ ਉਹਨਾਂ ਦਾ ਵੀ ਬਹੁਤ ਲੰਮਾ ਸਟਰਗਲ ਆ ਨਾ। ਉਹਨਾਂ ਨੂੰ ਦੇਖ ਕੇ ਮੈਨੂੰ ਲੱਗਦਾ ਹੁੰਦਾ ਵੀ ਅਸੀਂ ਤਾਂ ਕੁਝ ਵੀ ਨਹੀਂ ਦੇਖਿਆ ਹੈਗਾ ਨਾ, ਜਿੰਨੀ ਪੇਸ਼ੈਂਸ ਜਾਂ ਜਿੰਨਾ ਸਟਰਗਲ ਉਹਨਾਂ ਦਾ ਰਿਹਾ ਹੁਣ ਤੱਕ ਇੰਡਸਟਰੀ ਦੇ ਵਿੱਚ। ਤੇ ਪਰ ਹੁਣ ਪਿਛਲੇ ਸਾਲ ਵੀ ਉਹਨਾਂ ਦੇ ਕਾਫੀ ਵਧੀਆ ਪ੍ਰੋਜੈਕਟ ਸ਼ੂਟ ਵੀ ਹੋਏ ਨੇ ਤੇ ਰਿਲੀਜ਼ ਵੀ ਹੋਏ ਨੇ। ਜੋਰਾ 2 ਆਈ ਸੀਗੀ, ਤੇ ਉਸ ਤੋਂ ਬਾਅਦ ਸ਼ੂਟਰ ਦੇ ਵਿੱਚ ਉਹਨਾਂ ਦਾ ਕੰਮ ਸੀਗਾ, ਪਰ ਉਹ ਲੀਕ ਹੋ ਗਈ ਫਿਲਮ, ਤੇ ਜਲਦੀ ਸਿਨੇਮਾ 'ਚ ਆਊਗੀ। ਤੇ ਇਸ ਸਾਲ ਵੀ ਉਹਨਾਂ ਦੇ ਕਾਫੀ ਵਧੀਆ ਪ੍ਰੋਜੈਕਟ ਨੇ, ਸ਼ੂਟ ਹੋਏ ਨੇਗੇ। ਬਾਕੀ ਇੰਸਟਾਗ੍ਰਾਮ ਤੇ ਉਹਨਾਂ ਦੇ ਫਾਲੋਅਰ ਵੱਧ ਗਏ ਮੇਰੇ ਨਾਲੋਂ। ਸਾਡੇ ਨਾਲੋਂ ਵੱਧ ਗਏ। ਜੀ। ਮੈਡਮ, ਜਦੋਂ YouTube, Facebook, ਸੋਸ਼ਲ ਮੀਡੀਆ ਤੇ ਜਾਂਦੇ ਆ ਤਾਂ ਇੰਟਰਵਿਊਆਂ ਦੇ ਉੱਪਰ ਬੜੇ ਅਜੀਬ ਜੇ ਥੰਬਨੇਲ ਹੁੰਦੇ ਨੇ। ਫਲਾਣੇ ਨੇ ਐਂ ਕੀਤਾ, ਫਲਾਣੇ ਨੇ ਉਹਨੂੰ ਐਂ ਕੀਤਾ। ਜਦੋਂ ਤੁਹਾਡੇ ਕੰਟੈਂਟ ਵੱਲ ਨਿਗਾਹ ਮਾਰਦੇ ਆ ਵੀ ਸੋਸ਼ਲ ਤੇ ਆਉਂਦੇ ਆ ਤਾਂ ਬੜੇ ਸਾਦ ਮੁਰਾਦੇ ਜੇ, ਉਹੀ ਦਿਲ ਜੇ ਵਾਲੀਆਂ ਗੱਲਾਂ, ਵੀ ਜਿਵੇਂ ਜੇ ਵਿੱਚ ਉਹ ਗੱਲਬਾਤ ਆ ਉਹੋ ਜਿਹੀ ਸਿੰਪਲ ਜਿਹਾ ਲਿਖ ਦਿੰਦੇ ਹੋ। ਨਹੀਂ, ਕਹਿੰਦੇ ਯੂਟਿਊਬਰਾਂ ਦੀ ਕੋਸ਼ਿਸ਼ ਹੁੰਦੀ ਆ ਵੀ ਪੂਰਾ ਜ਼ੋਰ ਲਾਈਏ ਵੀ ਥੰਬਨੇਲ ਰਾਹੀਂ ਖਿੱਚ ਲਈਏ, ਵਿੱਚ ਭਾਵੇਂ ਕੁਛ ਨਾ ਹੋਵੇ। ਤੁਹਾਡਾ ਨਹੀਂ ਕਿਤੇ ਮਨ ਕੀਤਾ ਵੀ ਟਪਾ ਦਈਏ 2-3 ਲੱਖ ਵਿਊ ਅੱਜ ਹੀ ਇਸ ਇੰਟਰਵਿਊ ਦਾ, ਕਾਹਤੋਂ ਇਹ ਸਾਦੀਆਂ ਲਾਈਨਾਂ ਲਿਖਣੀਆਂ? ਕਈ ਵਾਰ ਨਾ ਅਸੀਂ ਬੈਠੇ ਹੱਸਦੇ ਹੁੰਦੇ, ਮੈਂ ਕਿਹਾ ਉਦਾਂ ਤਾਂ ਆਪਾਂ ਨੂੰ ਕਦੇ ਗਾਲ ਆਈ ਨਹੀਂ ਕੋਈ, ਪਰ ਜੇ ਕੋਈ ਥੰਬਨੇਲ ਇਦਾਂ ਦਾ ਦੇਤਾ ਤੇ ਵਿੱਚ ਉਹ ਜਿਹੀ ਚੀਜ਼ ਨਾ ਹੋਈ, ਗਾਲਾਂ ਬਹੁਤ ਪੈਣਗੀਆਂ। ਪਤਾ ਨਹੀਂ, ਦਿਲ ਨਹੀਂ ਮੰਨਦਾ ਹੈਗਾ। ਜਿਵੇਂ ਹਰ ਇੱਕ ਬੰਦੇ ਦਾ ਕੰਮ ਕਰਨ ਦਾ ਕੋਈ ਸੁਭਾਅ ਹੁੰਦਾ। ਮੈਂ ਨਹੀਂ ਕਹਿੰਦੀ ਵੀ ਮੇਰਾ ਇਹ ਸੁਭਾਅ, ਕੁਦਰਤੀ ਜਿੰਨੇ ਅਦਾਰਿਆਂ 'ਚ ਮੈਂ ਹੁਣ ਤੱਕ ਕੰਮ ਕੀਤਾ, ਜਾਂ ਕਹਿ ਲਓ ਵੀ ਮੇਰੀ ਸਕੂਲਿੰਗ ਇਦਾਂ ਦੀ ਰਹੀ ਆ, ਜਾਂ ਮੈਨੂੰ ਉਹ ਚੀਜ਼ਾਂ ਸ਼ਾਇਦ ਸਿਖਾਈਆਂ ਨਹੀਂ ਗਈਆਂ ਹੈਗੀਆਂ ਵੀ ਸਨਸਨੀ ਕੀ ਹੁੰਦੀ ਆ। ਬਿਲਕੁਲ, ਸੈਂਸੇਸ਼ਨਲ ਜਰਨਲਿਜ਼ਮ ਸਾਨੂੰ ਨਹੀਂ ਸਿਖਾਈ ਗਈ ਹੈਗੀ। ਜਾਂ ਜਿਵੇਂ ਆਪਾਂ ਪਹਿਲਾਂ ਵੀ ਇਕੱਠੇ ਕੰਮ ਕਰਦੇ ਰਹੇ ਆ, ਤਾਂ ਮੈਨੂੰ ਲੱਗਦਾ ਵੀ 2-2.5 ਸਾਲ ਜਿੰਨਾ ਆਪਾਂ ਕੰਮ ਕੀਤਾ, ਕਦੇ ਵੀ ਕਿਸੇ ਇੰਟਰਵਿਊ ਦਾ ਕੋਈ ਤੜਕਮਾ ਭੜਕਮਾ ਥੰਬਨੇਲ ਗਿਆ ਹੋਵੇ, ਜੇ ਕਿਤੇ ਆਪਾਂ ਜਾਣਬੁੱਝ ਕੇ ਦਿੱਤਾ ਵੀ ਹੋਊਗਾ ਤਾਂ ਉਹ ਆਪਾਂ ਨੂੰ ਭੁਗਤਣਾ ਪਿਆ, ਹਨਾ। ਮੈਨੂੰ ਪਤਾ ਇਸ ਚੀਜ਼ ਬਾਰੇ। ਬਿਲਕੁਲ। ਤਾਂ ਹੁਣ ਵੀ ਮੈਂ ਕਈ ਵਾਰ ਦੇਖਦੀ ਹੁੰਦੀ ਆ ਵੀ ਚੈਨਲਾਂ ਨੇ ਕੀ ਲਿਖਿਆ ਹੋਇਆ ਵਾ, ਹਨਾ। ਪਰ ਫਿਰ ਥੱਲੇ ਕਮੈਂਟ ਵੀ ਪੜ੍ਹੀਦੇ ਨੇਗੇ ਵੀ ਇਹਨਾਂ ਲਈ ਕਿਹੋ ਜਿਹੇ ਕਮੈਂਟ ਆਉਂਦੇ ਨੇ। ਤਾਂ ਉਹਨਾਂ ਦੇ ਫੀਡਬੈਕ ਦਾ ਤੇ ਸਾਡੇ ਫੀਡਬੈਕ ਦਾ ਬਹੁਤ ਜ਼ਿਆਦਾ ਫਰਕ ਹੁੰਦਾ। ਇਸੇ ਕਰਕੇ ਮੈਂ ਨਹੀਂ ਕਹਿੰਦੀ ਅਸੀਂ ਜਾਣਬੁੱਝ ਕੇ ਕਰਦੇ ਹਾਂ, ਸ਼ਾਇਦ ਸਾਨੂੰ ਸੁੱਝਦੇ ਵੀ ਹੈ ਨਹੀਂਗੇ। ਜੇ ਮੈਂ ਕਿਹਾ ਵੀ ਆਪਾਂ ਹਾਲੇ ਓਡੇ ਵੱਡੇ ਐਂਕਰ ਜਾਂ ਜਰਨਲਿਸਟ ਨਹੀਂ ਹੋਏ ਹੈਗੇ, ਹਨਾ, ਤਾਂ ਆਪਾਂ ਨੂੰ ਸਿਰਫ ਸਿੰਪਲ ਦੀਆਂ ਸਾਦੀਆਂ ਜਿਹੀਆਂ ਚੀਜ਼ਾਂ ਹਲੇ ਕਰਨੀਆਂ ਆਉਂਦੀਆਂ ਨੇਗੀਆਂ। ਤੇ ਮੈਨੂੰ ਲੱਗਦਾ ਵੀ ਠੀਕ ਆ, ਵਧੀਆ ਵਾ ਜੀ। ਹਰ ਇੱਕ ਦੇ ਮਨ ਦੇ ਵਿੱਚ ਇੱਕ ਇਹ ਹੁੰਦਾ, ਵਿਧਾ ਹੁੰਦੀ ਆ ਵੀ ਮੈਂ ਸਾਹਿਤਕਾਰਾਂ ਨੂੰ ਇੰਟਰਵਿਊ ਕਰਨਾ, ਮੈਂ ਗਾਇਕਾਂ ਨੂੰ ਕਰਨਾ, ਮੈਂ ਖੇਤੀਬਾੜੀ ਦੇ ਪ੍ਰੋਗਰਾਮ ਕਰਨੇ। ਜਿਵੇਂ ਤੁਸੀਂ ਦੱਸਿਆ ਤੁਸੀਂ ਸ਼ੁਰੂ ਕਰ ਰਹੇ ਹੋ ਵੀ ਸੋਸ਼ਲ ਦੇ ਵਿੱਚ। ਗੁਰਦੀਪ ਗਰੇਵਾਲ ਦਾ ਕੀ ਹੈ ਮਨ ਦੇ ਵਿੱਚ ਵੀ ਮੈਂ ਆਹੀ ਇੰਟਰਵਿਊਆਂ ਕਰਕੇ ਜ਼ਿਆਦਾ ਸੰਤੁਸ਼ਟੀ ਮਿਲਦੀ ਹੈ? ਕੋਈ ਵੱਖਰਾ ਫੀਲਡ ਹੈ? ਨਹੀਂ, ਮੈਨੂੰ ਹਰ ਇੱਕ ਦੀ ਕਹਾਣੀ ਅੱਗੇ ਪੇਸ਼ ਕਰਨੀ ਬਹੁਤ ਚੰਗੀ ਲੱਗਦੀ ਹੈ। ਕਈ ਵਾਰ ਜਿਵੇਂ ਜਦੋਂ ਮੈਂ ਸਰਤਾਜ ਸਾਹਿਬ ਉਹਨਾਂ ਨੂੰ ਇੰਟਰਵਿਊ ਕੀਤਾ ਸੀ, ਇਸ ਤੋਂ ਪਹਿਲਾਂ ਜਿਵੇਂ ਦੇਬੀ ਮਖਸੂਸਪੁਰੀ ਉਹਨਾਂ ਨੂੰ ਜਦੋਂ ਮੈਂ ਇੰਟਰਵਿਊ ਕੀਤਾ ਸੀ, ਤਾਂ ਮੇਰੇ ਲਈ ਮੇਰੇ ਕਰੀਅਰ ਨੂੰ ਉਸ ਇੰਟਰਵਿਊ ਨੇ ਬਹੁਤ ਸਪੋਰਟ ਕੀਤਾ, ਹਨਾ। ਕਿਉਂਕਿ ਉਹ ਇਹੋ ਜਿਹੇ ਫਨਕਾਰ ਨੇ ਵੀ ਇੰਡਸਟਰੀ ਦਾ ਹਰ ਬੰਦਾ ਉਹਨਾਂ ਤੋਂ ਮੁਤਾਸਿਰ ਆ, ਹਨਾ। ਚਲੋ ਲੋਕ ਤਾਂ ਉਹਨਾਂ ਦੇ ਮੁਰੀਦ ਹੈਗੇ ਹੀ ਨੇ। ਤਾਂ ਇੰਡਸਟਰੀ ਦੇ ਹਰ ਆਰਟਿਸਟ ਨੇ ਦੇਖੀ ਸੀ। ਤੇ ਜਦੋਂ ਮੈਂ ਕਿਸੇ ਨੂੰ ਫੋਨ ਕਰਦੀ ਸੀ, ਮੈਂ ਕਹਿੰਦੇ ਅੱਛਾ ਜੀ, ਜਿਨ੍ਹਾਂ ਨੇ ਦੇਬੀ ਸਾਹਿਬ ਉਹਨਾਂ ਦੀ ਇੰਟਰਵਿਊ ਕੀਤੀ ਹੈ, ਹਨਾ, ਤਾਂ ਇੱਕ ਤਾਂ ਜਿਵੇਂ ਉਹ ਹੋ ਗਈ ਇੰਟਰਵਿਊ। ਇੱਕ ਜਦੋਂ ਮੈਂ ਸਤਿੰਦਰ ਸਰਤਾਜ ਉਹਨਾਂ ਨੇ ਇੰਟਰਵਿਊ ਕੀਤਾ ਸੀ, ਕਿਸੇ ਨੇ ਮੈਨੂੰ ਕਿਹਾ ਸੀਗਾ ਵੀ ਬੀਬਾ ਜੀ ਹੁਣ ਤੁਸੀਂ ਵੀ ਆਪਦਾ ਮਿਆਰ ਉਹ ਰੱਖਿਓ, ਹੁਣ ਹਰ ਕਿਸੇ ਨੂੰ ਇੰਟਰਵਿਊ ਨਾ ਕਰਿਓ, ਹਨਾ। ਮੈਨੂੰ ਲੱਗਿਆ ਸੀਗਾ ਵੀ ਨਹੀਂ, ਇਹ ਤਾਂ ਮੈਨੂੰ ਬੰਨਣ ਵਾਲੀ ਗੱਲ ਹੋ ਜੂਗੀ, ਹਨਾ। ਵੀ ਇੱਕ ਪੱਤਰਕਾਰ ਦਾ ਕੰਮ ਹੁੰਦਾ ਸਿਰਫ ਕਹਾਣੀ ਕਹਿਣਾ ਲੋਕਾਂ ਦੀ, ਜਾਂ ਕਿਸੇ ਦੀ ਕਹਾਣੀ ਨੂੰ, ਉਹ ਕਿਸੇ ਆਮ ਇਨਸਾਨ ਦੀ ਵੀ ਹੋ ਸਕਦੀ ਹੈ, ਕਿਸੇ ਸੈਲੀਬ੍ਰਿਟੀ ਦੀ ਵੀ ਹੋ ਸਕਦੀ ਆ, ਉਹਨੂੰ ਲੋਕਾਂ ਦੇ ਸਾਹਮਣੇ ਰੱਖਣਾ ਜੀ। ਤਾਂ ਅੱਜ ਵੀ ਮੈਂ ਕਦੇ ਇਹ ਨਹੀਂ ਕਿਹਾ ਹੈਗਾ ਵੀ, ਮੈਂ ਕਦੇ ਸੋਚਿਆ ਨਹੀਂ ਹੈਗਾ ਇਹ ਵੀ ਮੈਂ ਸਿਰਫ ਕਲਾਕਾਰਾਂ ਨੂੰ ਇੰਟਰਵਿਊ ਕਰਨਾ। ਹਾਂ, ਇੱਕ ਬੰਦੇ ਦੀ ਇੱਕ ਖਾਸੀਅਤ ਹੁੰਦੀ ਹੈ ਨਾ, ਚੈਨਲ ਦੇ ਵਿੱਚ ਤੁਸੀਂ ਇੱਕ ਸੈਕਸ਼ਨ ਰਨ ਕਰ ਰਹੇ ਹੋ, ਜਿਵੇਂ ਖੇਤੀਬਾੜੀ ਵਾਲਾ ਖੇਤੀਬਾੜੀ ਦਾ ਸੈਕਸ਼ਨ ਰਨ ਕਰ ਰਿਹਾ, ਪਰ ਇਹ ਨਹੀਂ ਹੈਗਾ ਵੀ ਉਸ ਤੋਂ ਇਲਾਵਾ ਉਹ ਕੁਝ ਹੋਰ ਕਰ ਨਹੀਂ ਰਿਹਾ ਹੈਗਾ। ਤਾਂ ਇੱਕ ਸੈਕਸ਼ਨ ਮੇਰਾ ਹੈਗਾ ਵੀ ਕਲਾਕਾਰਾਂ ਨੂੰ ਇੰਟਰਵਿਊ ਕਰਨਾ, ਪਰ ਉਸ ਤੋਂ ਇਲਾਵਾ ਮੇਰਾ ਮਨ ਹੁੰਦਾ ਵਾ ਵੀ ਬਹੁਤ ਸਾਰੀਆਂ ਕਹਾਣੀਆਂ ਇੱਦਾਂ ਦੀਆਂ ਨੇ ਸੋਸਾਇਟੀ 'ਚ। ਜਿਵੇਂ ਆਪਾਂ ਆਪਣੇ ਜਿਹੜੇ ਗੁਆਂਢ 'ਚ ਆਂਟੀ ਨੇਗੇ, ਤਾਂ ਉਹਨਾਂ ਨੇ ਆਪਦੇ ਵਿਆਹ ਤੋਂ 17 ਸਾਲ ਬਾਅਦ ਜਾ ਕੇ MA ਕੰਪਲੀਟ ਕੀਤੀ ਸੀਗੀ, ਹਨਾ।
ਤਾਂ ਉਹ ਮੈਨੂੰ ਬਹੁਤ ਖਾਸ ਲੱਗਦੀ ਉਹਨਾਂ ਦੀ ਕਹਾਣੀ ਹੈ ਨਾ, ਕਿਉਂਕਿ ਅੱਜ ਹੁਣ ਮੈਂ ਮੈਰਿਡ ਆ ਜਾਂ ਮੇਰੀ ਬੱਚੀ 2 ਸਾਲ ਦੀ ਹੈ, ਮੈਨੂੰ ਪਤਾ ਵੀ ਇੱਕ ਮੈਰਿਡ ਵੂਮਨ ਕੋਲ ਕਿੰਨਾ ਕੁ ਟਾਈਮ ਹੁੰਦਾ ਹਨਾ, ਜਦੋਂ ਉਹਦੇ ਬੱਚੇ ਹੋ ਜਾਂਦੇ ਨੇ ਉਦੋਂ ਉਹਦੇ ਕੋਲ ਕਿੰਨਾ ਕੁ ਟਾਈਮ ਹੁੰਦਾ। ਤਾਂ 17 ਸਾਲ ਬਾਅਦ ਦੁਬਾਰਾ ਉਹਨਾਂ ਚੀਜ਼ਾਂ ਦੇ ਨਾਲ ਜੁੜਨਾ ਹਨਾ, ਜਦੋਂ ਤੁਹਾਡੇ ਬੱਚੇ ਵੀ ਸਕੂਲ ਜਾ ਰਹੇ ਨੇ, ਮੈਨੂੰ ਇਹ ਹੁੰਦਾ ਵਾ ਵੀ ਇਦਾਂ ਦੀਆਂ ਕਹਾਣੀਆਂ ਸਾਹਮਣੇ ਜ਼ਰੂਰ ਲੈ ਕੇ ਆਈਏ ਵੀ ਜਿਹੜੀਆਂ ਕਿਸੇ ਦੇ ਲਈ ਇਨਸਪੀਰੇਸ਼ਨ ਬਣ ਸਕਣ ਜਾਂ ਮੋਟੀਵੇਸ਼ਨ ਬਣ ਸਕਣ ਹਨਾ। ਇਦਾਂ ਦੀਆਂ ਕਹਾਣੀਆਂ ਅਸੀਂ ਕੀਤੀਆਂ ਵੀ ਨੇ ਤੇ ਬਾਅਦ ਚੋਂ ਸਾਨੂੰ ਫੀਡਬੈਕ ਵੀ ਆਇਆ ਵੀ ਇਸ ਇੰਟਰਵਿਊ ਨੇ ਜਾਂ ਇਸ ਕਹਾਣੀ ਨੇ ਜਾਂ ਤੁਹਾਡੇ ਇਸ ਐਪੀਸੋਡ ਨੇ ਮੈਨੂੰ ਵੀ ਕੁਝ ਕਰਨ ਦੀ ਹਿੰਮਤ ਦਿੱਤੀ ਹੈ। ਇਹ ਮੈਨੂੰ ਜ਼ਰੂਰ ਰਹਿੰਦਾ ਵੀ ਜਿਹੜੇ ਆਮ ਲੋਕਾਂ ਦੀਆਂ, ਤੁਸੀਂ ਵੀ ਜਿਵੇਂ ਪਿੰਡ 'ਚ ਰਹਿੰਦੇ ਹੋ ਹਨਾ, ਆਪਣੇ ਪਿੰਡ 'ਚ ਆਪਣੀਆਂ ਹੀ ਮਾਵਾਂ ਦਾ ਕਿੱਡਾ ਸਟਰਗਲ ਆ ਹਨਾ। ਮੇਰੇ ਮਦਰ ਨੇ, ਸਾਡੇ ਫਾਦਰ ਤੋਂ ਬਾਅਦ, ਉਹਨਾਂ ਦੇ ਐਕਸਪਾਇਰ ਹੋਣ ਤੋਂ ਬਾਅਦ, ਜਿਹੜੇ ਕਿ ਕਦੇ ਉਹਨਾਂ ਦੇ ਹੁੰਦੇ ਹੋਏ ਡੇੜੀ ਤੱਕ ਨਹੀਂ ਸੀ ਗਏ ਸਬਜ਼ੀ ਲੈਣ ਦੇ ਲਈ ਹਨਾ, ਤੇ ਪਰ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਨੇ ਜਾ ਕੇ ਜੌਬ ਵੀ ਕੀਤੀ ਆ ਹਨਾ। ਤਾਂ ਮੈਨੂੰ ਲੱਗਦਾ ਕਿ ਇਹਦੇ ਨਾਲ ਵੱਡੀ ਕਹਾਣੀ ਜਾਂ ਕਿਸੇ ਮਾਂ ਦਾ ਸੈਕਰੀਫਾਈਸ ਆਪਣੇ ਬੱਚਿਆਂ ਲਈ ਹੋਰ ਕੀ ਹੋ ਸਕਦਾ ਹੈ। ਮੈਨੂੰ ਲੱਗਦਾ ਵੀ ਮੇਨ ਸਟ੍ਰੀਮ ਜਿਹੜੀਆਂ ਚੀਜ਼ਾਂ ਮਿਸ ਕਰਦਾ ਵਾ, ਅਸੀਂ ਉਹ ਚੀਜ਼ਾਂ ਕਰੀਏ ਹਨਾ ਜਿਹੜੀਆਂ ਕਿ ਅਸਲ ਲੋਕਾਂ ਦੀਆਂ, ਅਸਲ ਲੋਕਾਂ ਨਾਲ ਜੁੜੀਆਂ ਹੋਈਆਂ ਜਾਂ ਅਸਲ ਲੋਕਾਂ ਨੂੰ ਆਪਣੇ ਨਾਲ ਜੋੜਨ ਵਾਲੀਆਂ ਕਹਾਣੀਆਂ, ਜੜ ਹੈ ਜੋ ਲੋਕਾਂ ਦੀ, ਹਾਂ ਉਹ ਅਸੀਂ ਲੋਕਾਂ ਸਾਹਮਣੇ ਪੇਸ਼ ਕਰਦੇ ਰਹੀਏ। ਜੀ ਮੈਮ, ਜਿਹੜੀ ਦੂਸਰੀ ਮੇਰੇ ਮਨ ਦੇ ਵਿੱਚ ਗੱਲ ਆ ਰਹੀ ਹੈ, ਜਿਵੇਂ ਅੱਜ ਕੱਲ੍ਹ ਆਪਾਂ ਵੇਖਦੇ ਆਂਗੇ ਜਦੋਂ ਕਿਸੇ ਗਾਇਕ ਨਾਲ ਗੱਲ ਕਰੀਦੀ ਆ ਤਾਂ ਅੱਗੋਂ ਥੋੜ੍ਹੇ ਇੱਦਾਂ ਦੇ ਫੋਨ ਚੱਕੇ ਜਾਂਦੇ ਆ ਜਾਂ ਜਵਾਬ ਦਿੰਦੇ ਆ ਬਈ ਬਾਈ ਤਾਂ ਬਿਜ਼ੀ ਨੇ, ਬਾਈ ਸ਼ੂਟਿੰਗ 'ਤੇ ਨੇ, ਬਾਈ ਇਸ ਟਾਈਮ ਬਾਹਰ ਗਏ ਹੋਏ ਆ। ਤੁਹਾਨੂੰ ਕਦੇ ਇੱਦਾਂ ਦੇ ਕੌੜੇ ਅਨੁਭਵ ਹੋਏ ਹੈਗੇ ਵੀ ਇੰਡਸਟਰੀ ਦੇ ਵਿੱਚੋਂ ਕਦੇ ਮਨ ਮੁੜਿਆ ਹੋਵੇ ਵੀ ਅਸੀਂ ਕੀ ਸੋਚਦੇ ਹਾਂ ਵੀ ਕੁਛ ਵਧੀਆ ਤਰੀਕੇ ਨਾਲ ਪੇਸ਼ ਕਰੀਏ ਜ਼ਿੰਦਗੀ, ਜਾਂ ਇਹਨਾਂ ਤੋਂ ਕੋਈ ਸੇਧ ਲਵੇ ਜਾਂ ਇਹਨਾਂ ਦੀ ਜ਼ਿੰਦਗੀ 'ਚ ਹੋਰ ਉਛਾਲ ਆਵੇ, ਕਦੇ ਇੱਦਾਂ ਹੋਇਆ? ਮੈਂ ਕੌੜੇ ਅਨੁਭਵ ਨਹੀਂ ਕਹੂੰਗੀ, ਪਰ ਜਦੋਂ ਪਹਿਲਾਂ ਅਸੀਂ ਫੋਨ ਕਰਦੇ, ਰੇਡੀਓ ਦੇ ਲਈ ਬਹੁਤ ਛੇਤੀ ਕਨਵਿੰਸ ਹੋ ਜਾਂਦੇ ਸੀ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਘਰੇ ਬੈਠ ਕੇ ਫੋਨ ਤੇ ਇੰਟਰਵਿਊ ਕਰਨਾ ਸੀ, ਉੱਥੇ ਟੈਲੀਫੋਨਿਕ ਇੰਟਰਵਿਊ ਵੀ ਕਰ ਲੈਂਦੇ ਹੁੰਦੇ ਸੀਗੇ ਨਾ। ਪਰ ਜਦੋਂ ਆਪਾਂ ਟੀਵੀ ਲਈ ਜਾਂ ਕੈਮਰੇ ਲਈ ਇੰਟਰਵਿਊਜ਼ ਕਰਨੇ ਸ਼ੁਰੂ ਕੀਤੀਆਂ, ਉਦੋਂ ਬੜੀ ਦਿੱਕਤ ਆਉਂਦੀ ਹੁੰਦੀ ਸੀ ਨਾ। ਪਹਿਲਾਂ ਬੜਾ ਮਨ ਟੁੱਟਿਆ। ਮੈਨੂੰ ਯਾਦ ਆ, ਮੈਂ ਰਾਤ ਨੂੰ ਕਾਲਸ ਗਿਣਦੀ ਹੁੰਦੀ ਸੀ ਆਪਦੇ ਫੋਨ ਤੇ ਵੀ ਅੱਜ ਕਿੰਨੀਆਂ, ਕਦੇ 100 ਆਉਂਦੀ ਸੀ, ਕਦੇ 150, ਕਦੇ 50 ਕਾਲਸ ਹਨਾ, ਕਦੇ 70 ਕਾਲਸ ਹਨਾ, ਐਂ ਕੀਤੀਆਂ। ਫਿਰ ਮੈਂ ਸੋਚਣਾ ਵੀ ਅੱਧੀ ਤਨਖਾਹ ਤਾਂ ਫੋਨ ਦੇ ਬਿੱਲ ਤੇ ਲੱਗ ਜਾਂਦੀ ਹੈ ਨਾ, ਲੋਕਾਂ ਨੂੰ ਫੋਨ ਕਰ ਕਰਕੇ। ਪਰ ਲੱਗੇ ਰਹਿੰਦੇ ਹੁੰਦੇ ਸੀਗੇ ਹਨਾ, ਬਹੁਤ ਮਨ ਦੁਖਦਾ ਹੁੰਦਾ ਸੀਗਾ ਵੀ ਅੱਛਾ ਅੱਜ ਜਵਾਬ ਦਿੰਦੇ ਹੋ, ਕਦੇ ਆਪ ਫੋਨ ਕਰੋਗੇ, ਕਿਉਂਕਿ ਤੁਸੀਂ ਉਦੋਂ ਨਵੇਂ ਸੀਗੇ, ਤੁਹਾਨੂੰ ਕਲਾਕਾਰਾਂ ਦੀ ਜ਼ਿੰਦਗੀ ਬਾਰੇ ਪਤਾ ਨਹੀਂ ਸੀਗਾ। ਪਰ ਜਿਵੇਂ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਜਾਂ ਉਹਨਾਂ 'ਚ ਵਿਚਰਦੇ ਹਾਂ ਹਨਾ, ਜਾਂ ਮੈਂ ਹੁਣ ਇਸ ਟਾਈਮ ਇੱਕ ਉਸ ਆਰਗੇਨਾਈਜੇਸ਼ਨ ਨਾਲ ਕੰਮ ਕਰਦੀ ਹਾਂ, ਤਾਂ ਫਿਰ ਤੁਹਾਨੂੰ ਪਤਾ ਲੱਗਦਾ ਵਾ ਵੀ ਹਰ ਬੰਦੇ ਦੀਆਂ ਆਪਣੀਆਂ ਮਜਬੂਰੀਆਂ ਹੁੰਦੀਆਂ ਨੇਗੀਆਂ। ਤਾਂ ਆਪਣੇ ਵੱਲੋਂ ਸਿਰਫ ਇੱਕ ਕਾਲ ਗਈ ਆ, ਹੋ ਸਕਦਾ ਉਸ ਆਰਟਿਸਟ ਨੂੰ ਦਿਨ ਦੇ ਵਿੱਚ 15 ਕਾਲਸ ਗਈਆਂ ਹੋਣ ਹਨਾ। ਫਿਰ ਇਹ ਵੀ ਹੁੰਦਾ ਵੀ ਆਰਟਿਸਟ ਇਹ ਤਾਂ ਨਹੀਂ ਹੈਗਾ ਵੀ 24 ਘੰਟੇ 7 ਦਿਨ ਤੁਹਾਡੇ ਲਈ ਹਾਜ਼ਰ ਰਹੇ ਹਨਾ, ਉਹਦਾ ਵੀ ਪਿੱਛੇ ਪਰਿਵਾਰ ਹੁੰਦਾ ਜਾਂ ਉਹਦੇ ਆਪਣੇ ਕੁਝ ਇੰਟਰਸਟ ਹੁੰਦੇ ਨੇ, ਉਹਨੂੰ ਉਹਨਾਂ ਚੀਜ਼ਾਂ ਲਈ ਵੀ ਸਮਾਂ ਕੱਢਣਾ ਹੁੰਦਾ ਹਨਾ। ਤੇ ਮੈਨੂੰ ਲੱਗਦਾ ਬਹੁਤ ਜ਼ਿਆਦਾ ਤਾਂ ਨਹੀਂ, ਕਿਤੇ ਹੀ ਹੋਵੇ ਵੀ ਜਿਵੇਂ ਕਿਸੇ ਨੇ ਜਾਣ ਬੁੱਝ ਕੇ ਕਿਤੇ ਨਾ ਕੀਤਾ ਹੋਵੇ ਹਨਾ, ਪਰ ਇਦਾਂ ਜ਼ਰੂਰ ਆ ਵੀ ਪਹਿਲਾਂ ਬਹੁਤ ਹਰਟ ਹੁੰਦਾ ਸੀਗਾ। ਹੁਣ ਉਸ ਚੀਜ਼ ਨੂੰ ਉਸ ਚੀਜ਼ ਨੂੰ ਦਿਮਾਗ 'ਚ ਬਿਠਾ ਲਿਆ ਵੀ ਇਦਾਂ ਹੀ ਹੁੰਦਾ, ਵੀ ਇਹਨਾਂ ਦਾ ਸਕੈਡਿਊਲ ਆਈ ਹੁੰਦਾ, ਤਾਂ ਇਹਨਾਂ ਦੇ ਤਾਂ ਮਗਰ ਪੈ ਕੇ ਲੈਣਾ ਪੈਂਦਾ। ਪਰ ਕਈ ਵਾਰ ਮੈਨੂੰ ਐਂ ਹੁੰਦਾ ਵੀ ਜੇ ਕਿਸੇ ਦਾ ਫੋਨ ਆ ਜਾਵੇ, ਵੈਸੇ ਤਾਂ ਮੈਨੂੰ ਐਂ ਹੁੰਦਾ ਵਾ ਵੀ ਜੇ ਮੈਂ ਕਿਸੇ ਨੂੰ ਇੰਟਰਵਿਊ ਕਰਨਾ ਤਾਂ ਮੈਨੂੰ ਹਫ਼ਤਾ ਪਹਿਲਾਂ ਪਤਾ ਹੋਵੇ ਹਨਾ, ਆਪਾਂ ਨੂੰ ਐਂ ਹੁੰਦਾ ਵਾ ਵੀ ਤਿਆਰੀ ਵੀ ਕਰਨੀ ਹੈ। ਜੇ ਆਪਾਂ ਕਿਸੇ ਆਰਟਿਸਟ ਨੂੰ ਸਪੋਜ਼ ਅਸੀਂ ਕਾਲ ਕਰ ਰਹੇ ਹਾਂ ਵੀ ਮਹੀਨੇ ਤੋਂ 1.5 ਮਹੀਨੇ ਤੋਂ, ਜਾਂ ਕੁਦਰਤੀ ਉਹਨਾਂ ਦੀ ਕਾਲ ਆ ਗਈ ਵੀ ਤੁਸੀਂ ਕੱਲ ਨੂੰ ਕਰ ਸਕਦੇ ਹੋ, ਆਪਾਂ ਜਵਾਬ ਨਹੀਂ ਦਿੱਤਾ, ਐਂ ਹੁੰਦਾ ਵੀ ਮੁੜ ਕੇ ਸਮਾਂ ਦੇਣ ਨਾ ਦੇਣ, ਕਦੋਂ ਸਮਾਂ ਮਿਲੂਗਾ, ਐਂ ਹੁੰਦਾ ਫਿਰ ਰਾਤ ਲਾ ਲਈਦੀ ਉਦੋਂ। ਤੁਸੀਂ ਅਧਿਆਪਨ ਕਿੱਤੇ ਦੇ ਵਿੱਚ ਆਪਣੀ ਬਖੂਬੀ ਸੇਵਾਵਾਂ ਨਿਭਾਈਆਂ, ਹੁਣ ਐਜ ਏ ਐਂਕਰ ਤੁਸੀਂ ਬੜੀ ਵਧੀਆ ਸਥਾਪਤੀ ਹੈ ਤੁਹਾਡੀ। ਬਹੁਤ ਸਾਰੇ ਫੋਨ ਅਕਸਰ ਜਾਂ ਮੈਸੇਜ ਇਹ ਆਉਂਦੇ ਹੈਗੇ, ਤੁਹਾਨੂੰ ਵੀ ਆਉਂਦੇ ਹੋਣਗੇ ਕਿ ਅਸੀਂ ਐਂਕਰ ਬਣਨਾ ਚਾਹੁੰਦੇ ਹਾਂ, ਅਸੀਂ ਇਹ ਪੜ੍ਹਾਈ ਕਰ ਲਈ ਜਾਂ ਅਸੀਂ ਪੜ੍ਹਾਈ ਕਰਨੀ ਆ ਪੱਤਰਕਾਰਤਾ ਦੀ, ਕੀ ਕੀਤਾ ਜਾਵੇ, ਜਾਂ ਸਾਡੀ ਇਸ ਰਾਹ 'ਚ ਤੁਸੀਂ ਮਦਦ ਕਿਵੇਂ ਕਰ ਸਕਦੇ ਹੋ? ਖਾਸ ਕਰਕੇ ਕੁੜੀਆਂ ਬਹੁਤ ਇਸ ਫੀਲਡ 'ਚ ਆਉਣਾ ਚਾਹੁੰਦੀਆਂ ਨੇ, ਕੀ ਕਹਿਣਾ ਚਾਹੋਗੇ? ਮੈਨੂੰ ਲੱਗਦਾ ਮੈਂ ਨਾ ਥੋੜ੍ਹੇ ਜਿਹੇ ਟਾਈਮ ਪਹਿਲਾਂ ਆਪਣੇ ਹੀ ਡਿਪਾਰਟਮੈਂਟ 'ਚ ਬੱਚਿਆਂ ਨੇ ਇੰਟਰੈਕਟ ਕੀਤਾ ਸੀ, ਤਾਂ ਉਦੋਂ ਬਹੁਤ ਸਾਰੇ 70% ਬੱਚਿਆਂ ਨੇ ਇਹ ਕਿਹਾ ਕਿ ਅਸੀਂ ਐਂਕਰ ਬਣਨਾ ਚਾਹੁੰਦੇ ਹਾਂ। ਜ਼ਿਆਦਾ ਤਵੱਜੋ ਇਸ ਗੱਲ ਨੂੰ ਦਿੰਦੇ ਨੇ। ਹਾਂ, ਉਹਦੇ ਪਿੱਛੇ ਇਹ ਨਹੀਂ ਹੁੰਦਾ ਕਿ ਉਹ ਐਂਕਰਿੰਗ ਦੇ ਲਈ ਬਹੁਤ ਜ਼ਿਆਦਾ ਡੈਸਪਰੇਟ ਨੇ ਜਾਂ ਉਹਨਾਂ ਨੂੰ ਉਸ ਚੀਜ਼ ਦੀ ਇੱਛਾ ਬਹੁਤ ਆ, ਪਰ ਉਹਨਾਂ ਨੂੰ ਇਹ ਲੱਗਦਾ ਵੀ ਜਿਹੜੀ ਐਂਕਰ ਦੀ ਲਾਈਫ ਆ ਉਹ ਬੜੀ ਲਾਈਮਲਾਈਟ ਦੇ ਵਿੱਚ ਹੁੰਦੀ ਆ ਨਾ, ਵੀ ਬਹੁਤ ਇਸ ਬਹਾਨੇ ਅਸੀਂ ਬਹੁਤ ਸਾਰੇ ਆਰਟਿਸਟਾਂ ਨੂੰ ਮਿਲਾਂਗੇ। ਅੱਛਾ, ਜੇ ਉਹਨਾਂ ਨੂੰ ਇਹ ਵੀ ਪੁੱਛੋ ਵੀ ਐਂਕਰਿੰਗ 'ਚ ਅੱਛਾ ਤੁਸੀਂ ਫਿਰ ਪੋਲੀਟੀਕਲ ਜਰਨਲਿਸਟ ਜਾਂ ਪੋਲੀਟੀਕਲ ਇੰਟਰਵਿਊਰ ਬਣਨਾ ਨਹੀਂ, ਅਸੀਂ ਕਲਾਕਾਰਾਂ ਨੂੰ ਇੰਟਰਵਿਊ ਕਰਨਾ ਚਾਹੁੰਦੇ ਹਾਂ ਹਨਾ। ਤਾਂ ਉਹਨਾਂ ਨੂੰ ਲੱਗਦਾ ਹੁੰਦਾ ਵਾ ਵੀ ਸ਼ਾਇਦ ਅਸੀਂ ਉਸ ਬਹਾਨੇ ਆਪਣੇ ਕਿਸੇ ਫੇਵਰੇਟ ਜਾਂ ਚਹੇਤੇ ਕਲਾਕਾਰ ਨੂੰ ਮਿਲ ਸਕਦੇ ਹਾਂ ਨਾ।
ਪਰ ਮੈਂ ਹਮੇਸ਼ਾ ਇਹੀ ਕਹਿੰਦੀ ਹੁੰਦੀ ਆ ਵੀ ਇੱਕ ਤਾਂ ਜਰਨਲਿਜ਼ਮ ਦੀ ਪੜ੍ਹਾਈ ਜ਼ਰੂਰ ਕਰੋ ਜੀ, ਕਿਉਂਕਿ ਇਹ ਨਹੀਂ ਹੋ ਸਕਦਾ ਵੀ ਉਹ ਤੁਹਾਨੂੰ ਇਹ ਸਿਖਾਓਗੇ ਵੀ ਤੁਸੀਂ ਬਾਹਰ ਜਾ ਕੇ ਕੰਮ ਕਿਵੇਂ ਕਰਨਾ ਆ, ਪਰ ਉਹ ਤੁਹਾਨੂੰ ਇੱਕ ਘੱਟੋ ਘੱਟ ਇੱਕ ਜਰਨਲਿਸਟ ਦਾ ਮੈਨਰਿਜ਼ਮ ਜ਼ਰੂਰ ਸਿਖਾ ਦਿੰਦੀ ਆ, ਹਨਾ। ਤੇ ਦੂਸਰੀ ਗੱਲ, ਜੇ ਕਿਸੇ ਨੇ ਵੀ ਇਸ ਫੀਲਡ ਦੇ ਵਿੱਚ ਆਉਣਾ ਤਾਂ ਤੁਹਾਡੇ ਕੋਲੇ ਆਪਦੀ ਬੋਲੀ ਤੇ ਮਹਾਰਤ ਹੋਵੇ, ਬਿਲਕੁਲ, ਘੱਟੋ ਘੱਟ ਤੁਹਾਨੂੰ ਨੰਨੇ ਨਾਣੇ ਦਾ ਫਰਕ ਹੋਵੇ। ਦੂਸਰੀ ਗੱਲ ਮੈਨੂੰ ਲੱਗਦਾ ਵਾ ਵੀ ਤੁਹਾਡਾ ਪ੍ਰੈਜ਼ੈਂਟੇਬਲ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਤੁਹਾਨੂੰ ਇਸ ਚੀਜ਼ ਦੀ ਸਮਝ ਹੋਣੀ ਚਾਹੀਦੀ ਹੈ ਵੀ ਮੈਂ ਕੈਮਰੇ ਦੇ ਸਾਹਮਣੇ ਕੀ ਪਾ ਕੇ ਬੈਠਣਾ, ਦੂਸਰੀ ਗੱਲ ਮੈਂ ਕੈਮਰੇ ਦੇ ਸਾਹਮਣੇ ਬੋਲਣਾ ਕੀ ਹੈ, ਹਨਾ। ਤੇ ਇਹ ਹੈ ਵੀ ਆਪਦੇ ਕੰਮ ਨੂੰ ਤੁਸੀਂ ਮਿਹਨਤ ਦੇ ਨਾਲ ਇੱਕ ਜੌਬ ਦੀ ਤਰ੍ਹਾਂ ਕਰੋ, ਹਨਾ, ਤਾਂ ਉਹ ਜ਼ਿਆਦਾ ਵਧੀਆ। ਪਰ ਕਿਸੇ ਇੱਕ ਪ੍ਰੋਫੈਸ਼ਨ ਦੀ ਲਾਈਮਲਾਈਟ ਦੇਖ ਕੇ ਉਸ ਪ੍ਰੋਫੈਸ਼ਨ 'ਚ ਨਾ ਆਓ। ਜੇ ਤੁਹਾਨੂੰ ਲੱਗਦਾ ਵੀ ਤੁਸੀਂ ਇਹਦੇ ਨਾਲ ਇਨਸਾਫ ਕਰ ਸਕਦੇ ਹੋ, ਫਿਰ ਆਓ। ਇੱਕ ਤਾਂ ਜਰਨਲਿਜ਼ਮ ਦੀ ਪੜ੍ਹਾਈ ਜ਼ਰੂਰ ਕਰੋ। ਤੁਸੀਂ ਆਪਣੇ ਜਿਸ ਐਂਕਰ ਵਰਗਾ ਜਾਂ ਜਿਸ ਜਰਨਲਿਸਟ ਵਰਗਾ ਬਣਨਾ ਚਾਹੁੰਦੇ ਹੋ ਉਹਦਾ ਕੰਮ ਜ਼ਰੂਰ ਦੇਖੋ, ਤਾਂ ਕੁਛ ਨਾ ਕੁਛ ਤੁਹਾਡੇ 'ਚ ਵੀ ਉਹ ਚੀਜ਼ਾਂ ਆਉਣਗੀਆਂ ਜਿਹੜੀਆਂ ਤੁਹਾਨੂੰ ਸਿਖਾਉਣਗੀਆਂ ਵੀ ਮੈਂ ਇਹ ਕਰਨੀਆਂ ਨੇ ਤੇ ਇਹ ਮੈਂ ਨਹੀਂ ਕਰਨੀਆਂ ਨਾ। ਜਿਵੇਂ ਮੈਨੂੰ ਸਾਰੇ ਕਹਿ ਦਿੰਦੇ ਨੇ ਵੀ ਜਰਨਲਿਜ਼ਮ ਜਾ ਕੇ ਤੁਸੀਂ ਕੀ ਸਿੱਖਿਆ, ਮੈਂ ਕਿਹਾ ਜਰਨਲਿਜ਼ਮ ਦੇ ਵਿੱਚ ਸਭ ਤੋਂ ਵੱਡਾ ਫੰਡਾ ਇਹੀ ਹੁੰਦਾ ਵੀ ਤੁਹਾਨੂੰ ਇਹ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਵੀ ਤੁਸੀਂ ਕੀ ਨਹੀਂ ਕਰਨਾ, ਕੀ ਕਰਨਾ ਇਹ ਤੁਹਾਨੂੰ ਬਾਅਦ ਦੇ ਵਿੱਚ ਪਤਾ ਹੋਣਾ ਜ਼ਰੂਰੀ ਹੈ, ਹਨਾ। ਸੋ ਪਤਾ ਨਹੀਂ, ਆਪਾਂ ਮਤਲਬ ਮੈਂ ਇਹ ਕਿਸੇ ਨੂੰ ਸਿਖਾ ਨਹੀਂ ਸਕਦੇ, ਪਰ ਆਪਾਂ ਇਹ ਕਹਿ ਸਕਦੇ ਹਾਂ ਵੀ ਮਿਹਨਤ ਜ਼ਰੂਰ ਕਰਕੇ ਆਓ। ਪੱਤਰਕਾਰਤਾ ਦੇ ਵਿੱਚ ਇੱਕ ਆ ਗੱਲ ਆਮ ਆਖੀ ਜਾਂਦੀ ਆ, ਜੇ ਕੁੱਤਾ ਬੰਦੇ ਨੂੰ ਵੱਢ ਜੇ ਤਾਂ ਉਹ ਖਬਰ ਨਹੀਂ ਹੈ, ਜੇ ਬੰਦਾ ਕੁੱਤੇ ਨੂੰ ਵੱਢ ਦਿੰਦਾ ਤਾਂ ਉਹ ਖਬਰ ਬਣ ਜਾਂਦੀ ਹੈ। ਤੁਸੀਂ ਇੰਟਰਵਿਊ ਲੱਭਣ ਲਈ ਆਪਣੀ ਇਹ ਜਿਹੜੀ ਪੜਚੋਲ ਕਰਨ ਲਈ ਵੀ ਮੈਂ ਫਲਾਣੇ ਬੰਦੇ ਨੂੰ ਇੰਟਰਵਿਊ ਕਰਨਾ ਜਾਂ ਇਸ ਵਿਸ਼ੇ ਤੇ ਮੈਂ ਗੱਲਬਾਤ ਕਰਨੀ ਆ, ਆਹ ਡਾਕੂਮੈਂਟਰੀ ਕਰਨੀ, ਤੁਸੀਂ ਕਿਵੇਂ ਲੱਭਦੇ ਹੋ? ਜਿਵੇਂ ਦੇਖੀਦਾ ਵੀ ਇਸ ਟਾਈਮ ਬਹੁਤ ਸਾਰੀਆਂ ਇੰਟਰਵਿਊਜ਼ ਜਾਂ ਬਹੁਤ ਸਾਰੀਆਂ ਇੱਦਾਂ ਦੀਆਂ ਇੰਟਰਵਿਊਜ਼, ਜਿਵੇਂ ਆਪਾਂ ਕਿਤੇ ਬਾਹਰ ਬੈਠੇ ਆ ਨਾ, ਮੈਨੂੰ ਲੱਗਦਾ ਪੱਤਰਕਾਰ ਨੂੰ ਬਾਹਰ ਲੋਕਾਂ ਨਾਲ ਮਿਲਣਾ ਗਿਲਣਾ ਗੱਲ ਕਰਨਾ ਬਹੁਤ ਜ਼ਰੂਰੀ ਆ। ਜੇ ਕਈ ਵਾਰ ਜਦੋਂ ਪਿੰਡ ਜਾਂਦੇ ਆ ਨਾ, ਉੱਥੇ ਕੋਈ ਗੱਲ ਹੋਊਗੀ, ਉੱਥੋਂ ਕੋਈ ਇੰਟਰਵਿਊ ਨਿਕਲਦੀ ਆ, ਹਨਾ। ਵੀ ਜਿਵੇਂ ਹੁਣ ਰੀਸੈਂਟ ਸਾਡਾ ਇੱਕ ਐਪੀਸੋਡ ਰਿਲੀਜ਼ ਹੋਇਆ ਸੀ ਗੱਲ ਤੇ ਗੱਲ ਦਾ, ਜਿਹੜੀਆਂ ਹੁਣ ਰੋਡਵੇਜ਼ 'ਚ ਸਫ਼ਰ ਕਰਨ ਵਾਲੀਆਂ ਔਰਤਾਂ ਨੂੰ ਜ਼ੀਰੋ ਟਿਕਟ ਦੀ ਤੁਸੀਂ ਗੱਲ ਕੀਤੀ, ਹਾਂ। ਤੇ ਉਹ ਮੈਨੂੰ ਲੱਗਦਾ ਉਹਦੇ ਤੇ ਗੱਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਸੀਗੀ, ਹਨਾ। ਤੇ ਆਪਾਂ ਦੇਖਦੇ ਹੁੰਦੇ ਆ ਵੀ ਇੱਕ ਕਮਰੇ 'ਚ ਕੀ ਹੋ ਰਿਹਾ ਨਹੀਂ ਦੇਖਣਾ ਹੈਗਾ, ਆਪਾਂ ਦੇਖਣਾ ਵੀ ਸਾਡੇ ਆਲੇ ਦੁਆਲੇ ਕੀ ਹੋ ਰਿਹਾ ਤੇ ਲੋਕ ਕਿਸ ਚੀਜ਼ ਬਾਰੇ ਗੱਲ ਕਰ ਰਹੇ ਨੇ, ਹਨਾ। ਜਿਸ ਚੀਜ਼ ਬਾਰੇ ਲੋਕ ਗੱਲ ਕਰ ਰਹੇ ਨੇ, ਜੇ ਉਹਨੂੰ ਤੁਸੀਂ ਇੱਕ ਮੁੱਦਾ ਬਣਾ ਕੇ ਜਾਂ ਇੱਕ ਵਿਸ਼ਾ ਬਣਾ ਕੇ ਇੱਕ ਚੈਨਲ ਦੇ ਰਾਹੀਂ ਪੇਸ਼ ਕਰੋਗੇ, ਤਾਂ ਮੈਨੂੰ ਲੱਗਦਾ ਉਹੀ ਇੱਕ ਵਧੀਆ ਜਰਨਲਿਜ਼ਮ ਹੋ ਸਕਦੀ ਹੈ, ਜਿਹੜੀ ਲੋਕ ਪੱਖੀ ਹੋ ਸਕਦੀ ਹੈ, ਹਨਾ। ਤਾਂ ਇੱਦਾਂ ਹੀ ਹੁੰਦਾ। ਜਾਂ ਕਿਸੇ ਆਰਟਿਸਟ ਦੀ ਜਦੋਂ ਇੰਟਰਵਿਊ ਕਰਨੀ ਹੁੰਦੀ, ਜਿਹੜੇ ਤਾਂ ਚਲੋ ਐਸਟੈਬਲਿਸ਼ ਨੇ ਨਾ, ਉਹਨਾਂ ਨੂੰ ਤਾਂ ਹਰ ਕੋਈ ਸੁਣ ਵੀ ਚੁੱਕਿਆ ਹੁੰਦਾ ਤੇ ਸੁਣਨਾ ਵੀ ਚਾਹੁੰਦਾ ਆ। ਪਰ ਮੈਨੂੰ ਬਹੁਤ ਮਜ਼ਾ ਆਉਂਦਾ ਵੇ, ਜਾਂ ਮੈਨੂੰ ਬਹੁਤ ਚੰਗਾ ਲੱਗਦਾ ਜਦੋਂ ਕੋਈ ਆਰਟਿਸਟ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਰਿਹਾ, ਉਹਦੇ ਨਾਲ ਗੱਲ ਕਰਨ ਦੇ ਲਈ, ਨਾ। ਇੱਕ ਤਾਂ ਇਹ ਹੁੰਦਾ ਵੀ ਉਹ ਬਹੁਤ ਵਧੀਆ ਖੁੱਲ੍ਹ ਕੇ ਗੱਲ ਕਰਦੇ ਨੇ, ਚਾਅ ਦੇ ਨਾਲ ਗੱਲ ਕਰਦੇ ਨੇ, ਤੇ ਦੂਸਰਾ ਇਹ ਹੁੰਦਾ ਵਾ ਵੀ ਚਲੋ ਇੱਕ ਬਹਾਨੇ ਦੇ ਨਾਲ ਲੋਕਾਂ ਦੇ ਸਾਹਮਣੇ ਤੁਸੀਂ ਉਹਨਾਂ ਨੂੰ ਰੂਬਰੂ ਕਰਦੇ ਹੋ, ਹਨਾ। ਤੇ ਇੱਕ ਇਹ ਵੀ ਹੋ ਜਾਂਦਾ ਵੀ ਸਭ ਨੂੰ ਪਤਾ ਲੱਗ ਜਾਂਦਾ ਵੀ ਇੱਕ ਨਵਾਂ ਆਰਟਿਸਟ ਇੰਡਸਟਰੀ ਦੇ ਵਿੱਚ ਆਇਆ ਆ। ਪਰ ਜਿਹੜੇ ਜਿਵੇਂ ਪਿੱਛੇ ਜੇ ਅਸੀਂ ਇੱਕ ਗੱਲ ਕੀਤੀ ਸੀਗੀ ਵੀ ਜਿਹੜਾ ਪ੍ਰਵਾਸ ਆ ਉਹ ਬਜ਼ੁਰਗਾਂ ਦੀਆਂ ਮੁਸੀਬਤਾਂ ਵਧਾ ਰਿਹਾ, ਹਨਾ। ਤਾਂ ਉਹ ਵੀ ਮੈਨੂੰ ਲੱਗਦਾ ਕਿ ਸਾਡੀ ਸੁਸਾਇਟੀ ਦਾ ਬਹੁਤ ਵੱਡਾ ਇਸ਼ੂ ਆ। ਆਪਣੇ ਪਿੰਡਾਂ 'ਚ ਵੀ ਜਾਂ ਦੁਆਬੇ 'ਚ ਖਾਸ ਕਰਕੇ ਕਿੰਨੇ ਘਰ ਹੋਣਗੇ ਜਿੱਥੇ ਸਿਰਫ ਕੱਲਾ ਜਾਂ ਇੱਕ ਬਜ਼ੁਰਗ ਜੁੜਿਆ ਰਹੇ, ਹਨਾ। ਹਾਂ, ਤੇ ਇੱਥੇ ਮੋਹਾਲੀ ਚੰਡੀਗੜ੍ਹ ਦੇ ਵਿੱਚ ਆਪਾਂ ਨੂੰ ਲੱਗਦਾ ਕਿ ਬਹੁਤ ਵੱਡਾ ਸ਼ਹਿਰ ਆ, ਬਹੁਤ ਲੈਵਿਸ਼ ਲਾਈਫ ਆ ਇੱਥੇ, ਪਰ ਇੱਥੇ ਵੀ ਬਹੁਤ ਸਾਰੇ ਘਰਾਂ ਦੇ ਵਿੱਚ ਕਨਾਲ ਦੀਆਂ ਕੋਠੀਆਂ ਦੇ ਵਿੱਚ ਇਕੱਲੇ ਬਜ਼ੁਰਗ ਘਰਾਂ ਦੇ ਵਿੱਚ ਕੈਦ ਨੇ, ਹਨਾ। ਬੱਚੇ ਸਾਰੇ ਬਾਹਰ ਚਲੇ ਗਏ ਨੇ ਆਪਣੇ ਆਪਣੇ ਕੰਮਾਂ ਤੇ। ਤਾਂ ਮੈਨੂੰ ਲੱਗਦਾ ਵਾ ਵੀ ਇੱਦਾਂ ਦੀਆਂ ਚੀਜ਼ਾਂ ਅਸੀਂ ਲੱਭਦੇ ਰਹਿੰਦੇ ਆ ਵੀ ਜਿਹੜੀਆਂ ਅੱਗੇ ਆਉਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ, ਵੀ ਉਹ ਚੀਜ਼ਾਂ ਜਿਹੜੀਆਂ ਪੇਸ਼ ਕੀਤੀਆਂ ਜਾਣ, ਵੀ ਜਿਨ੍ਹਾਂ ਤੇ ਗੱਲ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ। ਤੇ ਉਹ ਨਿਕਲਦੀ ਆ ਲੋਕਾਂ ਨਾਲ ਗੱਲ ਕਰਕੇ, ਲੋਕਾਂ 'ਚ ਬਹਿ ਕੇ, ਹਨਾ, ਜਾਂ ਕੁਛ ਚੀਜ਼ਾਂ ਪੜ੍ਹ ਕੇ, ਸੁਣ ਕੇ ਉੱਥੋਂ। ਤੁਸੀਂ ਇੱਕ ਗੱਲ ਆਖੀ ਸੀ ਹੁਣੀ ਦਰਸ਼ਕਾਂ ਨਾਲ ਗੱਲਬਾਤ ਕਰਦੇ ਆ ਕਿ ਵੀ ਜਦੋਂ ਕੈਮਰੇ ਦੇ ਮੂਹਰੇ ਲਾਈਮਲਾਈਟ 'ਚ ਹਰ ਇੱਕ ਆਉਣਾ ਚਾਹੁੰਦਾ, ਸੋਚਦਾ ਵੀ, ਮੈਂ ਵੀ ਸੋਚਦਾ ਹੁੰਦਾ ਸੀ ਵੀ ਜਿਹੜੇ ਕੈਮਰੇ ਮੂਹਰੇ ਆਉਂਦੇ ਆ ਜਾਂ ਐਕਟਰ ਨੇ, ਐਂਕਰ ਨੇ, ਕਲਾਕਾਰ ਨੇ, ਜੋ ਵੀ ਨੇ, ਜਿੰਨੇ ਪਰਦੇ ਤੇ ਆਉਂਦੇ ਆ, ਵੀ ਇਹ ਬੜੇ ਘੈਂਟ ਨੇ, ਬੜੇ ਸੁਖੀ ਵਸਦੇ ਨੇ, ਬੜੇ ਖੁਸ਼ ਨੇ, ਬੜੇ ਇਹਨਾਂ ਕੋਲੇ ਸਾਧਨ ਨੇ, ਇਹਨਾਂ ਦੀ ਤਾਂ ਖੁਸ਼ੀ ਨਾਲ ਭਰੇ ਰਹਿੰਦੇ ਨੇ। ਤੇ ਤੁਹਾਡੇ ਬਾਰੇ ਵੀ ਮੈਂ ਇਹੀ ਸੋਚਦਾ ਹੁੰਦਾ ਵੀ ਗੁਰਦੀਪ ਗਰੇਵਾਲ ਮੈਡਮ ਹੋਣਾ ਵਰਗਾ ਕੋਈ ਹੋਣਾ ਹੀ ਨਹੀਂਗਾ, ਵੀ ਹਰ ਵਕਤ ਜਦੋਂ ਸਵਾਲ ਪੁੱਛਦੇ ਨੇ ਬੜਾ ਹੱਸ ਕੇ ਪੁੱਛਦੇ ਨੇ। ਕਦੇ ਜ਼ਿੰਦਗੀ 'ਚ ਐਜ ਏ ਐਂਕਰ ਨਿਰਾਸ਼ਤਾ ਆਈ ਆ ਵੀ ਨਹੀਂ ਮਨ ਟੁੱਟਿਆ ਹੋਵੇ ਕੰਮ ਨੂੰ ਲੈ ਕੇ, ਜਾਂ ਜ਼ਿੰਦਗੀ 'ਚ ਕਿਸੇ ਦੇ ਇਸੇ ਫੀਲਡ 'ਚ ਕੰਮ ਕਰਦਿਆਂ ਵਿਚਰਦਿਆਂ? ਬਹੁਤ ਟੁੱਟਿਆ, ਪਤਾ ਕਿ ਇਕੱਠੇ ਵੀ ਕਿੰਨੀ ਵਾਰੀ ਨਿਰਾਸ਼ ਹੋਏ। ਬਹੁਤ ਹੁੰਦਾ ਵਾ। ਜਿਵੇਂ
ਚਲੋ ਪਰ ਆਪਾਂ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਵੀ ਆਪਣੀਆਂ ਜਿਹੜੀਆਂ ਮਾਵਾਂ ਨੇ ਆਪਾਂ ਨੂੰ ਜਨਮ ਦਿੱਤਾ ਉਹਨਾਂ ਦੇ ਦਿਲ ਬਹੁਤ ਵੱਡੇ ਸੀਗੇ ਹਨਾ, ਤਾਂ ਉਹ ਚੀਜ਼ਾਂ ਆਪਣੇ 'ਚ ਵੀ ਨੇ ਵੀ ਆਪਾਂ ਕਹਿੰਦੇ ਨੇ ਵੀ ਚੱਲ ਕੋਈ ਗੱਲ ਨਹੀਂ ਰੱਬ ਦੇਖੂਗਾ। ਪਰ ਮੈਨੂੰ ਦੁੱਖ ਹੁੰਦਾ ਵੀ ਇੰਨੀ ਮਿਹਨਤ ਆਪਾਂ ਇਸ ਕਰਕੇ ਕਰਦੇ ਹਾਂ ਵੀ ਕਿਉਂਕਿ ਆਪਾਂ ਇੱਕ ਆਪਣੀ ਵੱਖਰੀ ਥਾਂ ਬਣਾ ਸਕੀਏ ਜਰਨਲਿਜ਼ਮ ਦੇ ਵਿੱਚ, ਇੱਕ ਉਹ ਥਾਂ ਬਣਾ ਸਕੀਏ ਜਿਹਦੇ ਵਿੱਚ ਤੁਸੀਂ ਖੁੱਲ੍ਹ ਕੇ ਖੇਡ ਸਕੋ ਹਨਾ, ਤੁਸੀਂ ਆਪਣੀ ਫਰੀडम ਨਾਲ ਕੰਮ ਕਰ ਸਕੋ। ਪਰ ਜਦੋਂ ਤੁਸੀਂ ਕਿਸੇ ਇੱਕ ਅਦਾਰੇ ਲਈ ਬਹੁਤ ਜ਼ਿਆਦਾ ਮਿਹਨਤ ਕਰਦੇ ਹੋ, ਬਹੁਤ ਜ਼ਿਆਦਾ ਕੰਮ ਕਰਦੇ ਹੋ ਹਨਾ, ਤਾਂ ਤੁਸੀਂ ਉਹਨੂੰ ਆਪਣੀ ਆਰਗੇਨਾਈਜੇਸ਼ਨ ਸਮਝ ਕੇ ਕੰਮ ਕਰਦੇ ਹੋ, ਤਾਂ ਮੈਨੂੰ ਲੱਗਦਾ ਵੀ ਉਹਨਾਂ ਚੀਜ਼ਾਂ ਦੀ ਜਦੋਂ ਵੈਲਿਊ ਨਹੀਂ ਹੁੰਦੀ ਫਿਰ ਤੁਹਾਨੂੰ ਬੜਾ ਦੁੱਖ ਹੁੰਦਾ ਹੈ ਹਨਾ। ਤਾਂ ਇਹਦੇ ਨਾਲ ਚੰਗੇ EMPLOYE ਕਦੇ ਵੀ ਨਹੀਂ ਬਣਨਗੇ ਜੇ ਆਰਗੇਨਾਈਜੇਸ਼ਨਸ ਆਪਣਾ ਰਵੱਈਆ ਨਹੀਂ ਬਦਲਣਗੀਆਂ ਆਪਣੇ EMPLOYEਜ਼ ਦੇ ਲਈ ਹਨਾ। ਕਿਉਂਕਿ ਜਦੋਂ ਤੁਸੀਂ ਕਿਤੇ ਨੈਕਸਟ ਆਰਗੇਨਾਈਜੇਸ਼ਨ ਦੇ ਵਿੱਚ ਜਾ ਕੇ ਬਹੁਤ ਦਿਲੋਂ ਕੁਝ ਕੰਮ ਕਰਨ ਲੱਗਦੇ ਹੋ ਨਾ, ਬਹੁਤ ਦਿਲੋਂ ਜੁੜਨ ਦੀ ਕੋਸ਼ਿਸ਼ ਕਰਦੇ ਹੋ, ਤਾਂ ਤੁਹਾਨੂੰ ਯਾਦ ਆ ਜਾਂਦਾ ਹਨਾ ਵੀ ਵੈਲਿਊ ਨਹੀਂ ਹੋਣੀ ਬਈ ਅਸੀਂ ਇਦਾਂ ਕੀਤਾ ਸੀ। ਹਾਂ, ਮੈਂ ਕਦੇ ਕਦੇ ਗੱਲ ਕਰਦੀ ਹੁੰਦੀ ਆ ਵੀ ਇੰਨਾ ਵਧੀਆ ਲੋਕੀ ਫੀਡਬੈਕ ਕਰਦੇ ਨੇਗੇ ਵੀ ਤੁਹਾਡੀਆਂ ਇੰਟਰਵਿਊਜ਼ ਸੁਣੀ ਦੀਆਂ ਨੇ, ਜਾਂ ਵੀ ਲੋਕੀ ਤਾਂ ਇੰਨਾ ਵਧੀਆ ਫੀਡਬੈਕ ਕਰਦੇ ਨੇ ਵੀ ਆਰਗੇਨਾਈਜੇਸ਼ਨਸ ਕਾਹਤੇ ਨਹੀਂ ਕਦਰ ਕਰਦੀਆਂ ਹੈਗੀਆਂ ਹਨਾ, ਵੀ ਆਰਗੇਨਾਈਜੇਸ਼ਨਸ ਜਾਂ ਕੁਝ ਲੋਕ ਇਦਾਂ ਦੇ ਵੀ ਮਤਲਬ ਉਹ ਇਹਨਾਂ ਚੀਜ਼ਾਂ ਦੀ ਵੈਲਿਊ ਕਿਉਂ ਨਹੀਂ ਕਰਦੇ ਹੈਗੇ ਹਨਾ। ਤਾਂ ਉਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ। ਜੇ ਕਈ ਵਾਰ ਮੈਨੂੰ ਇਹ ਵੀ ਚੀਜ਼ ਲੱਗਦੀ ਹੁੰਦੀ ਹੈ ਵੀ ਬਤੌਰ ਐਂਕਰ ਤੁਸੀਂ ਇੱਕ ਥਾਂ ਜਦੋਂ ਬਣਾਉਂਦੇ ਹੋ, ਤੁਸੀਂ ਬਾਕੀਆਂ ਨਾਲ ਥੋੜੀ ਜਿਹੀ ਜ਼ਿਆਦਾ ਮਿਹਨਤ ਕਰਕੇ ਇਸ ਕਰਕੇ ਕਰਦੇ ਹੋ ਵੀ ਤੁਸੀਂ ਇੱਕ ਉਹ ਮੁਕਾਮ ਤੇ ਜਾ ਸਕੋ ਹਨਾ, ਜਿੱਥੇ ਤੁਹਾਨੂੰ ਲੱਗਦਾ ਵੀ ਐਂਕਰਿੰਗ 'ਚ ਪਹੁੰਚਣਾ ਜ਼ਰੂਰੀ ਆ। ਪਰ ਜਦੋਂ ਉਹ ਮੌਕੇ ਤੁਹਾਡੇ ਕਿਸੇ ਹੋਰ ਨੂੰ ਦੇ ਦਿੱਤੇ ਜਾਂਦੇ ਨੇਗੇ ਹਨਾ, ਜਾਂ ਤੁਹਾਡੀ ਥਾਂ ਤੇ ਕਿਸੇ ਐਂਕਰ ਨੇ ਜਦੋਂ ਕਿਤੇ ਖੜਨਾ ਹੁੰਦਾ, ਜਾਂ ਐਂਕਰ ਵਾਲੀ ਥਾਂ ਤੇ ਜਦੋਂ ਕੋਈ ਹੋਰ ਆ ਕੇ ਖੜਦਾ ਵਾ, ਉੱਥੇ ਬੜਾ ਦੁੱਖ ਲੱਗਦਾ ਹੁੰਦਾ ਵਾ ਵੀ ਅਸੀਂ ਅਵਾਰਡਸ ਦੇ ਵਿੱਚ ਸਾਰੀਆਂ ਕੈਟੇਗਰੀਜ਼ ਬਣਾਈਆਂ ਹੁੰਦੀਆਂ ਨੇਗੀਆਂ, ਤਾਂ ਐਂਕਰ ਦੀ ਵੀ ਇੱਕ ਆਪਣੀ ਕੈਟੇਗਰੀ ਹੋਣੀ ਚਾਹੀਦੀ ਆ ਹਨਾ। ਤੇ ਜਿਹੜੀਆਂ ਨਾਲੇ ਪ੍ਰੈਜੈਂਟੇਸ਼ਨ ਜਾਂ ਜਿਹੜੀ ਪੇਸ਼ਕਾਰੀ ਜੋ ਇੱਕ ਐਂਕਰ ਕਰ ਸਕਦਾ ਵਾ ਹਨਾ, ਜਿਵੇਂ ਇੱਕ ਅਦਾਕਾਰ ਦਾ ਕੰਮ ਐਂਕਰ ਨਹੀਂ ਕਰ ਸਕਦਾ ਹੈਗਾ, ਤਾਂ ਉਸੇ ਤਰ੍ਹਾਂ ਦੇ ਨਾਲ ਇੱਕ ਐਂਕਰ ਦਾ ਕੰਮ ਇੱਕ ਅਦਾਕਾਰ ਨਹੀਂ ਕਰ ਸਕਦਾ ਹੈਗਾ ਹਨਾ। ਕੋਈ ਵਿਰਲਾ ਹੋ ਸਕਦਾ ਵਾ ਵੀ ਜਿਹੜੀਆਂ ਦੋਨੋਂ ਚੀਜ਼ਾਂ ਪਰਫਾਰਮ ਕਰ ਸਕੇ। ਇਹ ਬਸ ਚੀਜ਼ਾਂ ਰਹਿੰਦੀਆਂ ਨੇ, ਉਹ ਖਾਸ ਆਪਾਂ ਦਿਲ ਤੇ ਲੱਗਦੀ ਨਹੀਂ। ਸੋ ਮੈਡਮ ਜੀ, ਬਹੁਤ ਸਾਰੀਆਂ ਗੱਲਾਂ ਬਾਤਾਂ ਤੁਸੀਂ ਅੱਜ ਸਾਡੇ ਨਾਲ ਸਾਂਝੀਆਂ ਕੀਤੀਆਂ, ਤੇ ਡੇਲੀ ਆਵਾਜ਼ ਦੇ ਦਰਸ਼ਕ ਅੱਜ ਤੁਹਾਡੀ ਜ਼ਿੰਦਗੀ ਬਾਰੇ, ਕਿਉਂਕਿ ਐਜ ਏ ਐਂਕਰ ਜਿਵੇਂ ਮੈਂ ਸ਼ੁਰੂ ਦੇ ਵਿੱਚ ਇਹ ਗੱਲ ਆਖੀ, ਤੁਸੀਂ ਬੜਿਆਂ ਨੂੰ ਪੇਸ਼ ਕੀਤਾ। ਅੱਜ ਅਸੀਂ ਖੁਸ਼ਕਿਸਮਤ ਆ ਗਏ ਕਿ ਤੁਹਾਨੂੰ ਪੇਸ਼ ਕਰ ਰਹੇ ਹਾਂਗੇ, ਤੁਹਾਡੀ ਜ਼ਿੰਦਗੀ ਬਾਰੇ ਲੋਕ ਜਾਣ ਸਕਣ। ਤੁਸੀਂ ਖੁੱਲ੍ਹਾ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ। ਬਹੁਤ ਮਿਹਰਬਾਨੀ ਤੁਹਾਡੇ ਦਰਸ਼ਕਾਂ ਦੀ। ਡੇਲੀ ਆਵਾਜ਼ ਨੂੰ ਜ਼ਰੂਰ ਸਪੋਰਟ ਕਰੋ, ਕਿਉਂਕਿ ਇੱਕ ਆਪਾਂ ਹੁੰਦਾ ਨਾ ਵੀ ਆਪਣੇ ਨਾਲ ਦਾ ਜਦੋਂ ਕੋਈ ਬੰਦਾ ਰਾਈਜ਼ ਕਰਦਾ ਵਾ ਉਦੋਂ ਵਧੀਆ ਲੱਗਦਾ ਆ। ਤਾਂ ਤੁਸੀਂ ਬਹੁਤ ਮਿਹਨਤ ਕੀਤੀ ਹੈ, ਮੈਨੂੰ ਲੱਗਦਾ ਨਹੀਂਗਾ ਵੀ ਇਹ ਇੰਟਰਵਿਊ ਨਾ ਕਹੀਏ ਆਪਾਂ ਇਹਨੂੰ ਗੱਲਬਾਤ ਹੀ ਕਹਿ ਲਈਏ। ਬਿਲਕੁਲ। ਤਾਂ ਕਿਉਂਕਿ ਬਤੌਰ ਐਂਕਰ ਜਾਂ ਬਤੌਰ ਜਰਨਲਿਸਟ ਤੁਹਾਡੀ ਇੱਕ ਵੱਖਰੀ ਪਛਾਣ ਹੈ ਇਸ ਇੰਡਸਟਰੀ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਹਨਾ। ਸ਼ੁਕਰੀਆ ਜੀ। ਮੈਨੂੰ ਯਾਦ ਆ ਵੀ ਜਦੋਂ ਤੁਸੀਂ ਸ਼ਾਰਜਾ ਕਬੱਡੀ ਕੱਪ ਤੇ ਗਏ ਸੀਗੇ ਦੁਬਈ, ਤਾਂ ਸਾਡਾ ਆਪਣਾ ਜਿਹੜਾ ਦੂਜਾ ਮੈਂਬਰ ਸੀਗਾ ਨਾਲ, ਤਾਂ ਉਹ ਆ ਕੇ ਦੱਸਦੇ ਸੀ ਉਨਕੀ ਤਾਂ ਬੜੀ ਚੜਾਈ ਹੈ ਵਹਾਂ ਪੇ, ਬਿੱਟੂ ਭਾਜੀ ਕਿ ਤੂੰ ਐਸੇ ਵਾਦੇ ਲਗਾ ਰਹੇ ਥੇ ਲੋਕ ਹਨਾ ਜੀ। ਸੋ ਤੁਸੀਂ ਬਹੁਤ ਇੱਜ਼ਤ ਕਮਾਈ ਹੈ ਇਸ ਇੰਡਸਟਰੀ ਦੇ ਵਿੱਚ ਆ ਕੇ, ਜਾਂ ਇਸ ਕਿੱਤੇ ਦੇ ਵਿੱਚ ਆ ਕੇ। ਤੁਹਾਡੇ ਕੋਲੋਂ ਪੜ੍ਹੇ ਆ ਮੈਡਮ ਰੀਨਾ ਢਿੱਲੋਂ ਹੋਣੀ, ਤੁਸੀਂ ਹੈ ਨਾ ਦੱਸਦੇ ਰਹੇ। ਨਹੀਂ, ਮੈਂ ਤਾਂ ਮੰਨਦੀ ਆ ਵੀ ਮੈਂ ਕੁਛ ਨਹੀਂ ਸਿਖਾਇਆ, ਪਰ ਅਸੀਂ ਸਿੱਖੇ। ਕਹਿੰਦੇ ਆ ਨਾ, ਦਰਖਤ ਦਾ ਪੱਤਾ ਵੀ ਹਿਲਦਾ ਹੋਵੇ ਉਹ ਤੋਂ ਵੀ ਪਤਾ ਲੱਗ ਜਾਂਦਾ ਵੀ ਨੇਰੀ ਆਈ ਤੋਂ ਝਿਪਣਾ ਕਿੰਨਾ ਤੇ ਆਕੜਨਾ ਕਿੰਨਾ ਹਨਾ। ਸੋ ਬਹੁਤ ਮਿਹਰਬਾਨੀ ਵੀ ਤੁਸੀਂ ਮੈਨੂੰ ਚੁਣਿਆ, ਤੁਹਾਡੇ ਦਰਸ਼ਕਾਂ ਦੇ ਰੂਬਰੂ ਹੋ ਸਕਾਂ ਜਾਂ ਗੱਲ ਕਰ ਸਕਾਂ। ਬਹੁਤ ਸ਼ੁਕਰੀਆ ਤੁਹਾਡਾ ਵੀ। ਦੋਸਤੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਜੁੜੇ ਰਹੇ ਸਾਡੇ ਨਾਲ। ਬਿੱਟੂ ਚੱਕ ਵਾਲਾ ਫੇਰ ਹੋਵੇਗਾ ਹਾਜ਼ਰ ਕਿਸੇ ਹੋਰ ਸ਼ਖਸੀਅਤ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਰੱਬ ਰਾਖਾ।